ਹਸਤ ਖੇਲਤ ਤੇਰੇ ਦਿਉਰੇ ਆਇਆ। ਭਾਗ 39। ਇਸ ਤੋਂ ਅੱਗੇ ਆਪਾਂ ਹੁਣ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਵਿਅੰਗ ਚੁਣ ਰਹੇ ਹਾਂ। ਭਾਈ ਗੁਰਦਾਸ ਜੀ ਨੇ ਬਹੁਤ ਲਾਜਵਾਬ ਵਿਅੰਗ ਕੀਤੇ ਨੇ। ਭਾਈ ਗੁਰਦਾਸ ਦੀ ਰਚਨਾ ਨੂੰ ਸਾਡੇ ਲਿਖਾਰੀਆਂ ਨੇ ਅਤੇ ਪ੍ਰਚਾਰਕਾਂ ਨੇ ਬਿਲਕੁਲ ਵਿਸਾਰ ਦਿੱਤਾ ਹੈ। ਜੇ ਕਿਤੇ ਕੁਝ ਹਵਾਲਾ ਦਿੰਦੇ ਵੀ ਨੇ, ਉਹ ਅਜੀਬੋ ਗਰੀਬ ਜਿਹੇ ਅਰਥ ਕਰਕੇ ਸਾਡੇ ਸਾਹਮਣੇ ਰੱਖ ਦਿੰਦੇ ਨੇ। ਸਮੁੱਚੇ ਤੌਰ 'ਤੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਜਿਹੜੇ ਅਰਥ ਕੀਤੇ ਗਏ ਨੇ, ਉਹਨਾਂ ਦੇ ਵਿੱਚ ਵੀ ਬੇਅੰਤ ਕਮੀਆਂ ਕੱਟ ਵੱਢ ਕਰਕੇ ਸੰਪਾਦਕਾਂ ਨੇ, ਛਾਪਕਾਂ ਨੇ, ਲਿਖਾਰੀਆਂ ਨੇ ਉਹਦਾ ਹੁਲੀਆ ਵਿਗਾੜ ਕੇ ਰੱਖ ਦਿੱਤਾ ਹੈ। ਮੈਂ ਆਪ ਇਹੋ ਜਿਹੇ ਬਹੁਤ ਸਾਰੇ ਨੁਕਤੇ ਨੋਟ ਕੀਤੇ ਨੇ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਕਈ ਸਾਰੀਆਂ ਪੰਕਤੀਆਂ ਅਨੇਕਾਂ ਥਾਵਾਂ ਤੋਂ ਕੱਢ ਦਿੱਤੀਆਂ ਗਈਆਂ ਨੇ, ਜਿਹੜੀਆਂ ਕਿ ਬਹੁਤ ਮਹੱਤਵਪੂਰਨ ਸੀ। ਕਿਸੇ ਗੁਰਬਾਣੀ ਵਾਲੇ ਵਿਚਾਰ ਨੂੰ ਸਪਸ਼ਟ ਕਰਨ ਵਾਸਤੇ ਸੀ। ਜਦੋਂ ਉਹ ਇੱਕ ਲਾਈਨ ਕੱਟ ਦਿੱਤੀ ਜਾਵੇ ਤਾਂ ਸਾਰੀ ਪੌੜੀ ਦਾ ਹੁਲੀਆ ਵਿਗੜ ਜਾਂਦਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਦੇ ਕਵਿਤ ਸਵਈਏ ਨੇ, ਉਹਨਾਂ ਨੂੰ ਸਾਹਮਣੇ ਲਿਆਉਣ ਦਾ ਕੋਈ ਯਤਨ ਨਹੀਂ ਕੀਤਾ ਗਿਆ। ਮੈਂ ਖੁਦ ਭਾਈ ਗੁਰਦਾਸ ਦੇ 200 ਕਵਿਤ ਸਵਈਏ ਚੁਣ ਕੇ ਉਹਨਾਂ ਦੇ ਅਰਥ ਕੀਤੇ ਨੇ। ਉਹਦੇ ਵਿੱਚ ਵੀ ਲੋਕਾਂ ਨੇ ਬਹੁਤੀ ਦਿਲਚਸਪੀ ਨਹੀਂ ਲਈ ਕਿਉਂਕਿ ਸਾਨੂੰ ਸੂਰਜ ਪ੍ਰਕਾਸ਼ ਪੜ੍ਹਨ ਪੜ੍ਹਾਉਣ ਅਤੇ ਸੁਣਾਉਣ ਦਾ ਆਦਤ ਬਣੀ ਹੋਈ ਹੈ। ਜਨਮ ਸਾਖੀਆਂ ਦੀਆਂ ਝੂਠੀਆਂ ਕਹਾਣੀਆਂ ਸੁਣਾਉਣ ਦੀ ਆਦਤ ਪਈ ਹੋਈ ਹੈ। ਇਸੇ ਤਰ੍ਹਾਂ ਗੁਰਬਿਲਾਸ ਪਾਤਸ਼ਾਹੀ 6ਵੀਂ, ਗੁਰਬਿਲਾਸ ਪਾਤਸ਼ਾਹੀ 10ਵੀਂ ਅਤੇ ਸੂਰਜ ਪ੍ਰਕਾਸ਼ ਤੋਂ ਇਲਾਵਾ ਦਸਮ ਗ੍ਰੰਥ ਉਰਫ ਬਚਿੱਤਰ ਨਾਟਕ ਦੀਆਂ ਜਿਹੜੀਆਂ ਕਿ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੀਆਂ ਕਹਾਣੀਆਂ ਨੇ, ਉਹ ਸੁਣਾਉਣ ਦੀ ਆਦਤ ਪਈ ਹੋਈ ਹੈ। ਅਤੇ ਕਿਉਂਕਿ ਇਹ ਪਹਿਲਾਂ ਤੋਂ ਪ੍ਰਚਲਿਤ ਨੇ, ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ, ਜਿਵੇਂ ਮਰਜ਼ੀ ਸੁਣਾਈ ਜਾਓ। ਭਾਈ ਗੁਰਦਾਸ ਨੂੰ ਪੜ੍ਹਨਾ ਅਤੇ ਲੰਮੀ ਰਚਨਾ ਦੇ ਉੱਤੇ ਖੋਜ ਪੜਤਾਲ ਕਰਨੀ, ਉਹਦੇ ਗੁਰਬਾਣੀ ਦੇ ਚਾਨਣ ਵਿੱਚ ਸੰਗਤਾਂ ਦੇ ਸਨਮੁਖ ਰੱਖਣਾ, ਅਰਥ ਕਰਨੇ, ਇਹਦੇ 'ਤੇ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਰਨ ਦੀ ਕੀ ਲੋੜ ਹੈ, ਜੋ ਮਰਜ਼ੀ ਸੁਣਾਈ ਜਾਓ। ਅਤੇ ਗੁਰੂ ਪਿਆਰ ਵਾਲਿਓ, ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਨੇ ਕੁਝ ਰਚਨਾਵਾਂ ਚੁਣ ਕੇ, ਕੁਝ ਪੌੜੀਆਂ ਜਿਹੜੀਆਂ ਕਿ ਗਲਤ ਅਰਥ ਕੀਤੇ ਗਏ ਸੀ, ਉਹਨਾਂ ਨੂੰ ਚੁਣ ਕੇ ਆਪਣੀਆਂ ਕਿਤਾਬਾਂ ਦੇ ਵਿੱਚ ਵੀ ਸੰਗਤਾਂ ਦੇ ਸਨਮੁਖ ਰੱਖਿਆ ਗਿਆ। ਪਰ ਇੱਧਰ ਵੀ ਕਿਸੇ ਨੇ ਘੱਟ ਹੀ ਧਿਆਨ ਦਿੱਤਾ। ਸੂਰਜ ਪ੍ਰਕਾਸ਼ ਆਦਿਕ ਤਾਂ ਅੱਗੇ ਆ ਗਿਆ, ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਗਈ, ਕਵਿਤ ਸਵਈਆਂ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਗਈ। ਖੈਰ, ਹੋਰ ਬਹੁਤ ਕੁਝ ਹੈ ਮੈਟਰ, ਪਰ ਮੈਂ ਅੱਜ ਜੋ ਵਿਅੰਗ ਨੇ ਉਹ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਕੁਝ ਪੌੜੀਆਂ ਚੁਣੀਆਂ ਨੇ, ਉਹ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ। ਵੈਦ ਚੰਗੇਰੀ ਊਠਣੀ, ਲੈ ਸਿਲਵੱਟਾ ਕਚਰਾ ਭੰਨਾ, ਸੇਵਕ ਸਿੱਖੀ ਵੈਦਗੀ, ਮਾਰੀ ਬੁੱਢੀ ਰੋਵਣ ਰੰਨਾ, ਪਕੜ ਚਲਾਇਆ ਰਾਵ ਲੈ, ਪੌਂਦੀ ਉਗੜ ਗਏ ਸੁਕੰਨਾ, ਪੁੱਛੈ ਆਖ ਵਖਾਣਿਓ, ਉਗੜ ਗਿਆ ਪਾਜ ਪਰ ਛੰਨਾ, ਪਾਰਖੂਆਂ ਚੁਣ ਕੱਢਿਆ, ਜਿਉਂ ਕਰ ਕੜਾ ਨਰ ਲੈ ਰਤੰਨਾ, ਮੂਰਖ ਅਕਲੀ ਬਾਹਰਾ, ਵਾਸੋਂ ਮੂਲ ਨਾ ਹੋਵੀ ਗੰਨਾ, ਮਾਨਸ ਦੇਹੀ ਪਸ਼ੂ ਉਪੰਨਾ, ਮਾਨਸ ਦੇਹੀ ਪਸ਼ੂ ਉਪੰਨਾ। ਵਾਰ 32, ਪੌੜੀ 16ਵੀਂ। ਇੱਥੇ ਭਾਈ ਗੁਰਦਾਸ ਜੀ ਬਹੁਤ ਕਰਾਰੀ ਚੋਟ ਕਰਦੇ ਹੋਏ ਜੋ ਦੱਸ ਰਹੇ ਨੇ, ਉਹਦੇ ਸੰਖੇਪ ਅਰਥ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਹੇ ਭਾਈ, ਇੱਕ ਊਂਠਣੀ, ਜਿਹਨੂੰ ਆਪਾਂ ਬੋਤੀ ਵੀ ਕਹਿ ਦਿੰਦੇ ਹਾਂ, ਇੱਕ ਊਂਠਣੀ ਦੇ ਗਲ ਵਿੱਚ, ਸੰਘ ਵਿੱਚ ਖਰਬੂਜਾ ਫਸ ਗਿਆ। ਮਾਲਕਾਂ ਨੇ ਵੈਦ ਨੂੰ ਬੁਲਾਇਆ। ਉਸਨੇ ਵੇਖ ਪਰਖ ਕਰਕੇ ਇੱਕ ਪੱਥਰ ਚੁੱਕਿਆ ਅਤੇ ਊਂਠਣੀ ਦੇ ਸੰਘ ਉੱਤੇ ਕਈ ਵਾਰ ਕੀਤੇ, ਜਿਸ ਨਾਲ ਉਹਦੇ ਸੰਘ ਵਿੱਚ ਫਸਿਆ ਖਰਬੂਜਾ ਟੁੱਟ ਗਿਆ ਅਤੇ ਊਂਠਣੀ ਨੂੰ ਸਾਹ ਆਉਣ ਲੱਗ ਪਿਆ, ਉਹਦੀ ਜਾਨ ਬਚ ਗਈ। ਕੋਲ ਖੜਾ ਇੱਕ ਆਮ ਸੇਵਾਦਾਰ ਇਹ ਸਾਰਾ ਤਮਾਸ਼ਾ ਵੇਖ ਰਿਹਾ ਸੀ। ਉਸਨੇ ਵੀ ਅਗਲੇ ਦਿਨ ਐਲਾਨ ਕਰ ਦਿੱਤਾ ਕਿ ਮੈਂ ਵੀ ਵੈਦਗੀ ਸਿੱਖ ਗਿਆ ਹਾਂ, ਮੇਰੇ ਕੋਲੋਂ ਵੀ ਤੁਸੀਂ ਕੋਈ ਵੀ ਇਲਾਜ ਕਰਵਾ ਸਕਦੇ ਹੋ। ਕੁਝ ਸਮੇਂ ਬਾਅਦ ਇੱਕ ਬੁੱਢੀ ਮਾਈ ਨੂੰ ਗਲੇ ਦੀ ਬਿਮਾਰੀ ਨੇ ਦੁਖੀ ਕੀਤਾ ਸੀ ਅਤੇ ਤਾਂ ਉਹ ਕੱਚਾ ਵੈਦ ਘਰ ਵਾਲਿਆਂ ਨੇ ਬੁਲਾ ਲਿਆਂਦਾ। ਉਸਨੇ ਆਪਣੇ ਉਸਤਾਦ ਨੂੰ ਜਿਵੇਂ ਊਂਠਣੀ ਦੇ ਗਲੇ 'ਤੇ ਪੱਥਰ ਮਾਰਦੇ ਵੇਖਿਆ ਸੀ, ਇਸੇ ਤਰ੍ਹਾਂ ਬੁੱਢੀ ਮਾਈ ਦੇ ਪੱਥਰ ਮਾਰਨ ਲੱਗ ਪਿਆ ਅਤੇ ਬੁੱਢੀ ਮਾਈ ਪੱਥਰਾਂ ਦੀ ਸੱਟ ਨਾ ਸਹਿੰਦੀ ਹੋਈ ਮਰ ਗਈ, ਉਹਦੀ ਮੌਤ ਹੋ ਗਈ। ਸਾਰੇ ਬੰਨੇ ਪਿੱਟ ਸਿਆਪਾ ਪੈ ਗਿਆ। ਇਸ ਕੱਚੇ ਵੈਦ ਨੂੰ ਹਾਕਮ ਅੱਗੇ ਪੇਸ਼ ਕੀਤਾ ਗਿਆ। 4 ਛਿੱਤਰ ਪੈਣ 'ਤੇ ਇਸਨੇ ਸਾਰੀ ਗੱਲ ਕਹਿ ਸੁਣਾਈ
कि मैं ਤਾਂ ਰੀਸ ਕੀਤੀ ਸੀ, ਅਸਲ ਦੇ ਵਿੱਚ ਮੈਂ ਵੈਦ ਨਹੀਂ ਹਾਂ। ਮੈਂ ਤਾਂ ਰੀਸੋ ਰੀਸ ਇੱਕ ਵੈਦ ਨੂੰ ਵੇਖ ਕੇ ਵੈਦ ਬਣਨ ਦਾ ਢੌਂਗ ਕੀਤਾ ਸੀ, ਕਿਉਂਕਿ ਉਹ ਥੋੜ੍ਹੇ ਸਮੇਂ 'ਚ ਪੈਸੇ ਬਹੁਤੇ ਕਮਾ ਲੈਂਦਾ ਸੀ। ਮੈਂ ਸੋਚਿਆ ਮੈਂ ਵੀ ਕਮਾ ਲਵਾਂ। ਇਸ ਦੀ ਬਹੁਤੀ ਲਾਪਾ ਕੀਤੀ ਗਈ। ਵੈਦਗਰੀ ਜਾਣਨ ਵਾਲਿਆਂ ਨੇ ਸਾਰੇ ਲੋਕਾਂ ਨੂੰ ਇਸ ਦੀ ਮੂਰਖਤਾ ਬਾਰੇ ਦੱਸ ਦਿੱਤਾ ਭਈ ਇਹ ਕੱਚ ਘਰੜ ਵੈਦ ਹੈ, ਕੋਈ ਇਲਾਜ ਨਾ ਕਰਾਵੇ। ਇਸੇ ਤਰ੍ਹਾਂ ਮੂਰਖ ਲੋਕ ਬਹੁਤ ਗਲਤੀਆਂ ਕਰਦੇ ਹਨ। ਕਈ ਵਾਰੀ ਦੂਜੇ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਸਮਝੋ ਨਿਰੇ ਬਾਂਸਾਂ ਵਾਂਗ ਥੋਥੇ ਹਨ। ਬਾਂਸ ਦੇ ਵਿੱਚ ਨਾ ਤਾਂ ਸੁਗੰਧ ਹੁੰਦੀ ਹੈ ਤੇ ਨਾ ਰਸ ਹੁੰਦਾ ਹੈ। ਸਮਝੋ ਇਹ ਨਿਰੇ ਬਾਂਸਾਂ ਵਾਂਗੂ ਥੋਥੇ ਹਨ। ਗੰਨੇ ਵਾਂਗ ਰਸਦਾਇਕ ਨਹੀਂ ਹਨ, ਭਾਵ ਗੁਣਵਾਨ ਨਹੀਂ ਹਨ। ਇਹਨਾਂ ਬਾਰੇ ਇਹ ਕਹਿ ਸਕਦੇ ਹਾਂ ਕਿ ਦੇਹੀ ਇਹਨਾਂ ਦੀ ਮਨੁੱਖਾਂ ਵਾਲੀ ਹੈ, ਪਰ ਅਕਲ ਜਾਨਵਰਾਂ ਵਾਲੀ ਹੈ। ਗੁਰੂ ਪਿਆਰ ਵਾਲਿਓ, ਕਿਵੇਂ ਲੱਗਦੇ ਨੇ ਇੰਨੇ ਕਰਾਰੇ ਵਿਅੰਗ? ਕਦੀ ਸਟੇਜ 'ਤੇ ਮੇਰਾ ਖਿਆਲ ਹੈ ਤੁਸੀਂ ਅਜਿਹੇ ਕਰਾਰੇ ਵਿਅੰਗ ਨਹੀਂ ਸੁਣੇ ਹੋਣਗੇ, ਅਤੇ ਇਹਨਾਂ ਵਾਰਾਂ ਦੇ ਵਿੱਚੋਂ ਇਹੋ ਜਿਹੀਆਂ ਪੌੜੀਆਂ ਲੈ ਕੇ ਕਦੀ ਕਿਸੇ ਨੇ ਵਿਚਾਰ ਸਾਂਝੀ ਨਹੀਂ ਕੀਤੀ ਹੋਵੇਗੀ, ਅਤੇ ਕੇਵਲ ਪੜਦਾ ਪਾਉਣ ਵਾਲੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਣਾ ਸਮਾਂ ਪੂਰਾ ਕਰਕੇ ਪ੍ਰਚਾਰਕ ਚਲੇ ਜਾਂਦੇ ਨੇ। ਤੁਸੀਂ ਇਹਨਾਂ ਵਿਅੰਗਾਂ 'ਤੇ ਮੇਰਾ ਖਿਆਲ ਹੈ ਜ਼ਰੂਰ ਹੱਸੋਗੇ, ਮੁਸਕਰਾਓਗੇ ਅਤੇ ਸੰਗੀਆਂ ਸਾਥੀਆਂ ਨਾਲ ਸਾਂਝੇ ਵੀ ਕਰੋਗੇ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਉਰੇ ਆਇਆ। ਵਿਅੰਗ ਨੰਬਰ 40। ਇਸ ਇੱਕ ਪੌੜੀ ਦੇ ਵਿੱਚ ਜਿਹੜੀ 32ਵੀਂ ਵਾਰ ਦੀ 18ਵੀਂ ਪੌੜੀ ਹੈ, ਭਾਈ ਗੁਰਦਾਸ ਜੀ ਨੇ ਇੱਕ ਲੋਕਾਂ ਦੇ ਵਿੱਚ ਪ੍ਰਚਲਿਤ ਗੱਲਬਾਤ ਨੂੰ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਇੱਕ ਪੌੜੀ 'ਚ ਬਿਆਨ ਕੀਤਾ ਹੈ। ਪੁਰਾਣੇ ਸਮਿਆਂ 'ਚ ਇਹ ਮੰਨਿਆ ਜਾਂਦਾ ਸੀ ਕਿ ਕਾਂਸ਼ੀ ਤੋਂ ਪੜ੍ਹ ਕੇ ਆਇਆ ਕੋਈ ਵਿਅਕਤੀ ਬਹੁਤ ਵੱਡਾ ਵਿਦਵਾਨ ਹੋ ਜਾਂਦਾ, ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਅਤੇ ਉਹ ਕਿਉਂਕਿ ਉਦੋਂ ਹੋਰ ਤਾਂ ਕਿਤੇ ਪੜ੍ਹਾਈ ਦਾ ਕੋਈ ਸਾਧਨ ਹੀ ਹੈ ਨਹੀਂ ਸੀ। ਜਿਹੜੀ ਪੜ੍ਹਾਈ ਜਿਹੋ ਜਿਹੀ ਮਰਜ਼ੀ ਉਹ ਚੰਗੀ ਹੈ ਕਿ ਮਾੜੀ ਹੈ, ਇਹਦਾ ਤਾਂ ਕਿਸੇ ਨੂੰ ਪਰਖ ਕਰਨ ਦਾ ਉਦੋਂ ਪਤਾ ਹੀ ਨਹੀਂ ਸੀ ਵੀ ਇਹਨਾਂ ਚੰਗੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਵੀ ਵਿੱਚ ਹੁੰਦੀਆਂ ਨੇ। ਤਾਂ ਜਿਹੜਾ ਵੀ ਇਹ ਆ ਕੇ ਐਲਾਨ ਕਰ ਦੇਵੇ ਕਿ ਮੈਂ ਪੰਡਤ ਹਾਂ, ਮੈਂ ਕਾਂਸ਼ੀ ਤੋਂ ਪੜ੍ਹ ਕੇ ਆਇਆ, ਅਤੇ ਸਾਰਿਆਂ ਨੇ ਉਹਨੂੰ ਨਮਸਕਾਰ ਕਰਨੀ ਉਹ ਕਰਨੀ ਹੈ। ਉਹ ਤੇ ਸਵਾਬਨ ਵਾਲੇ ਇੱਕ ਪਿੰਡ ਦੇ ਲੋਕ ਕੁਝ ਅੜੀਅਲ ਕਿਸਮ ਦੇ ਸੀ। ਉਹ ਕਹਿਣ ਲੱਗੇ ਵੀ ਅਸੀਂ ਇਹਦੀ ਸਰਦਾਰੀ ਨਹੀਂ ਮੰਨਣੀ, ਅਸੀਂ ਤਾਂ ਇਹਨੂੰ ਮੱਥਾ ਨਹੀਂ ਟੇਕਣਾ, ਅਤੇ ਫਿਰ ਕੀ ਕੀਤਾ ਜਾਵੇ? ਕਹਿੰਦੇ ਇਹਦੇ ਨਾਲ ਆਪਾਂ ਆਪਣੇ ਪਿੰਡ ਦਾ ਇੱਕ ਬੜਾ ਸਿੱਧਾ ਸਾਦਾ ਜਿਹਾ ਘੱਟ ਦਿਮਾਗ ਵਾਲਾ ਗੰਗਾ ਰਾਮ ਤੇਲੀ ਹੈ, ਅਸੀਂ ਉਹਦੇ ਨਾਲ ਇਹਦਾ ਬਹਿਸ ਮੁਬਾਸਾ ਕਰਾਉਂਦੇ ਹਾਂ, ਵਿਚਾਰ ਚਰਚਾ ਕਰਵਾਉਂਦੇ ਹਾਂ, ਅਤੇ ਉਹਨੂੰ ਜਿਤਾਵਾਂਗੇ ਅਤੇ ਇਹਨੂੰ ਹਰਾਵਾਂਗੇ। ਅਤੇ ਉਹਨੂੰ ਗੰਗੇ ਤੇਲੀ ਨੂੰ ਵੀ ਆਪਾਂ ਪਹਿਲਾਂ ਸਾਰੀ ਗੱਲ ਸਮਝਾ ਦੇਣੀ ਹੈ ਕਿ ਉਹਨੇ ਕਿਵੇਂ ਕਰਨਾ ਹੈ। ਬਾਕੀ ਉਹਦਾ ਵੀ ਕੋਈ ਇੰਨਾ ਘੱਟ ਤਾਂ ਦਿਮਾਗ ਨਹੀਂ ਹੈ, ਇਹ ਇਕੱਲਾ ਆਪਾਂ ਸਾਰਾ ਪਿੰਡ, ਅਤੇ ਆਪਾਂ ਇਸ ਤਰ੍ਹਾਂ ਇਹਨੂੰ ਸਾਰੇ ਪਿੰਡ 'ਤੇ ਹਾਵੀ ਨਹੀਂ ਹੋਣ ਦੇਣਾ, ਇਹਨੂੰ ਹਰਾਉਣਾ ਹੈ, ਆਪਾਂ ਇਹਨੂੰ ਨਹੀਂ ਮੰਨਣਾ। ਅਤੇ ਇਹ ਸਾਰੀ ਵਿਚਾਰ ਚਰਚਾ ਕਰਕੇ ਇੱਕ ਸਟੇਜ ਬਣਾ ਲਈ ਗਈ। ਉੱਚੇ ਥੜੇ ਦੇ ਉੱਤੇ ਉਹਨਾਂ ਨੂੰ ਦੋਵਾਂ ਨੂੰ ਬਿਠਾ ਦਿੱਤਾ ਗਿਆ ਆਹਮਣੇ ਸਾਹਮਣੇ। ਇੱਕ ਪਾਸੇ ਕਾਂਸ਼ੀ ਤੋਂ ਪੜ੍ਹ ਕੇ ਆਇਆ ਪੰਡਤ ਉਹ ਬੈਠਾ ਹੈ, ਇੱਕ ਪਾਸੇ ਗੰਗਾ ਤੇਲੀ ਬੈਠਾ ਹੈ, ਅਤੇ ਦੋਵਾਂ ਨੇ ਸਵਾਲ ਜਵਾਬ ਕਰਨੇ ਨੇ। ਪਿੰਡ ਦੇ ਲੋਕ ਬੜੇ ਉਤਸ਼ਾਹ ਦੇ ਨਾਲ ਆਲੇ ਦੁਆਲੇ ਵੱਡਾ ਇਕੱਠ ਹੋਇਆ, ਉਹ ਦੇਖ ਰਹੇ ਨੇ, ਸੁਣ ਰਹੇ ਨੇ ਕਿ ਨਤੀਜਾ ਕੀ ਨਿਕਲਦਾ। ਇਸ ਕਮਾਲ ਦੀ ਜਿਹੜੀ ਵਿਚਾਰ ਚਰਚਾ ਹੈ ਉਹਨੂੰ ਭਾਈ ਗੁਰਦਾਸ ਨੇ, ਪਹਿਲਾਂ ਆਪਾਂ ਲਿਖਤ ਪੜ੍ਹ ਲਈਏ ਫਿਰ ਉਹਦੇ ਸੰਖੇਪ ਅਰਥ ਕਰਾਂਗੇ ਕਿਵੇਂ ਬਿਆਨ ਕੀਤਾ। ਆਓ ਸੁਣੋ। ਗੋਸ਼ਟ ਗਾਂਗੇ ਤੇਲੀਐ, ਪੰਡਤ ਨਾਲ ਹੋਵੈ ਜਗ ਦੇਖੈ। ਖੜੀ ਕਰੈ ਇੱਕ ਅੰਗੁਲੀ, ਗੰਗਾ ਦੋਏ ਵਖਾਲੈ ਰੇਖੈ। ਫਿਰ ਉਚਾਏ 5 ਉਂਗਲਾਂ, ਗੰਗਾ ਮੁੱਠ ਹਿਲਾਏ ਅਲੇਖੈ। ਪੈਰੀਂ ਪੈ ਉੱਠ ਚੱਲਿਆ, ਪੰਡਤ ਹਾਰ ਭੁਲਾਵੈ ਭੇਖੈ। ਨਿਰਗੁਣ ਸਰਗੁਣ ਅੰਗ ਦੋਏ, ਪਰਮੇਸ਼ਰ 5 ਮਿਲਣ ਸਰੇਖੈ। ਅੱਖੀਂ ਦੋਵੈਂ ਭੰਨ ਸਾਂ, ਮੁੱਕੀ ਲਾਏ ਹਲਾਏ ਨਸੇਖੈ। ਮੂਰਖ ਪੰਡਤ ਸੁਰਤ ਵਸੇਖੈ, ਮੂਰਖ ਪੰਡਤ ਸੁਰਤ ਵਸੇਖੈ। ਹੇ ਭਾਈ, ਪੁਰਾਤਨ ਕਥਾ ਮੁਤਾਬਕ ਇੱਕ ਪਿੰਡ ਵਿੱਚ ਗੰਗਾ ਨਾਮ ਦਾ ਅਨਪੜ੍ਹ ਤੇਲੀ ਰਹਿੰਦਾ ਸੀ। ਉਸੇ ਪਿੰਡ ਵਿੱਚ ਇੱਕ ਊਚ ਕੋਟੀ ਦਾ ਵਿਦਵਾਨ ਬ੍ਰਾਹਮਣ ਕਾਂਸ਼ੀ ਤੋਂ ਪੜ੍ਹ ਕੇ ਆ ਗਿਆ। ਪਿੰਡ ਵਾਸੀਆਂ ਨੇ ਗੰਗੇ ਦੀ ਅਤੇ ਪੰਡਤ ਦੀ ਬਹਿਸ ਕਰਵਾ ਦਿੱਤੀ। ਸਾਰਾ ਪਿੰਡ ਇਕੱਠਾ ਹੋ ਕੇ ਸਟੇਜ ਦੇ ਦੁਆਲੇ ਬੈਠ ਗਿਆ। ਸਟੇਜ 'ਤੇ ਬੈਠ ਕੇ ਪੰਡਤ ਨੇ
ਇੱਕ ਉਂਗਲ ਖੜੀ ਕੀਤੀ ਤਾਂ ਗੰਗੇ ਨੇ 2 ਉਂਗਲਾਂ ਖੜੀਆਂ ਕਰ ਦਿੱਤੀਆਂ। ਫਿਰ ਪੰਡਤ ਨੇ 5 ਉਂਗਲਾਂ ਖੜੀਆਂ ਕੀਤੀਆਂ। ਤਦੋਂ ਗੰਗੇ ਨੇ ਮੁੱਠੀ ਬੰਦ ਕਰਕੇ ਵਿਖਾ ਦਿੱਤੀ। ਪੰਡਤ ਨੂੰ ਇਉਂ ਮਹਿਸੂਸ ਹੋਇਆ ਕਿ ਇਹ ਕੋਈ ਬਹੁਤ ਵੱਡਾ ਵਿਦਵਾਨ ਹੈ, ਇਸ ਲਈ ਹਾਰ ਮੰਨ ਕੇ ਚਲੇ ਜਾਣਾ ਹੀ ਬਿਹਤਰ ਹੈ। ਗੰਗੇ ਦੀ ਜਿੱਤ ਤੇ ਪਿੰਡ ਵਾਲਿਆਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪਰ ਅਸਲ ਗੱਲ ਵਿੱਚੋਂ ਹੋਰ ਹੀ ਸੀ। ਜਦੋਂ ਪੰਡਤ ਨੇ ਇੱਕ ਉਂਗਲੀ ਖੜੀ ਕੀਤੀ ਸੀ ਤਾਂ ਉਸ ਦਾ ਭਾਵ ਸੀ ਨਿਰੰਕਾਰ ਇੱਕ ਹੈ। ਗੰਗਾ ਅੱਖੋਂ ਕਾਣਾ ਸੀ। ਉਸਨੇ ਸਮਝਿਆ ਕਿ ਮੇਰੀ ਇੱਕ ਅੱਖ ਦਾ ਕਾਣਾ ਹੋਣ ਦਾ ਇਹ ਮਜ਼ਾਕ ਉਡਾ ਰਿਹਾ ਹੈ। ਇਸੇ ਲਈ ਗੰਗੇ ਨੇ ਦੋਵੇਂ ਉਂਗਲੀਆਂ ਖੜੀਆਂ ਕਰਕੇ ਕਹਿ ਦਿੱਤਾ ਕਿ ਤੇਰੀਆਂ ਦੋਵੇਂ ਅੱਖਾਂ ਭੰਨ ਦਿਆਂਗਾ, ਬਹੁਤਾ ਮਾਣ ਨਾ ਕਰ। ਪੰਡਤ ਨੇ 5 ਉਂਗਲਾਂ ਖੜੀਆਂ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਰੀਰ 5 ਤੱਤਾਂ ਦਾ ਬਣਿਆ ਹੋਇਆ ਹੈ। ਗੰਗੇ ਨੇ ਘਸੁੰਨ ਵੱਟ ਕੇ ਵਿਖਾ ਦਿੱਤਾ, ਜਿਸ ਦਾ ਮਤਲਬ ਸੀ ਤੂੰ ਮੇਰੇ ਕੀ ਚਪੇੜ ਮਾਰੇਗਾ, ਮੈਂ ਤੇਰਾ ਬੂਥਾ ਭੰਨ ਦਿਆਂਗਾ। ਇਉਂ ਵਿਦਵਾਨ ਬ੍ਰਾਹਮਣ ਵੀ ਮਾਮੂਲੀ ਬੰਦੇ ਤੋਂ ਹਾਰ ਖਾ ਕੇ ਨਮੋਸ਼ੀ ਵਿੱਚ ਨੀਵੀਂ ਪਾਈ ਸਟੇਜ ਤੋਂ ਉਤਰ ਕੇ ਟੁਰਦਾ ਬਣਿਆ। ਪਿੰਡ ਵਾਲਿਆਂ ਨੇ ਗੰਗੇ ਦੇ ਹੱਕ ਵਿੱਚ ਨਾਅਰੇ ਤੇ ਜਕਾਰੇ ਲਾਏ ਅਤੇ ਸ਼ਾਬਾਸ਼ੀ ਦਿੱਤੀ। ਉਹਨੂੰ ਬਹੁਤ ਸਾਰਾ ਇਨਾਮ ਸਨਮਾਨ ਦਿੱਤਾ ਗਿਆ। ਇਉਂ ਕਦੀ ਕਦੀ ਅਕਲ ਵਾਲੇ ਵੀ ਹਾਰ ਜਾਂਦੇ ਹਨ ਤੇ ਮੂਰਖ ਜਿੱਤ ਜਾਂਦੇ ਨੇ। ਜੇ ਉਹਨਾਂ ਦੀ ਬਹੁ ਗਿਣਤੀ ਹੋਵੇ ਤਾਂ ਤੌਰ ਤਰੀਕੇ ਸਿੱਖਣੇ ਪੈਣਗੇ ਕਿ ਮੂਰਖਾਂ ਦੇ ਵਿੱਚ ਜਾ ਕੇ ਕਿਹੜੇ ਤਰੀਕੇ ਨਾਲ ਗੱਲ ਕਰਨੀ ਹੈ। ਜਿਸ ਦੇ ਨਾਲ ਬਹੁਤੇ ਲੋਕ ਹੋਣ ਉਹੀ ਜੇਤੂ ਮੰਨਿਆ ਜਾਂਦਾ ਹੈ। ਜਿਵੇਂ ਕਿ ਅੱਜ ਕੱਲ੍ਹ ਵੋਟ ਸਿਸਟਮ ਵਿੱਚ ਚੱਲਦਾ ਹੈ। ਵਾਹ ਭਾਈ ਗੁਰਦਾਸ ਜੀ, ਵਾਹ, ਤੁਸੀਂ ਕਮਾਲ ਕਰ ਦਿੱਤੀ ਹੈ। ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹੁਰੇ ਆਇਆ। ਵਿਅੰਗ ਨੰਬਰ 41, ਭਾਈ ਗੁਰਦਾਸ ਦੀ ਪੌੜੀ ਨੰਬਰ 9 ਵਾਰ 31 ਦੇ ਵਿੱਚੋਂ ਤੁਸੀਂ ਖੁਦ ਵੀ ਪੜ੍ਹਨ ਦਾ ਉਪਰਾਲਾ ਕਰਿਓ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਵਿਅੰਗ ਕੀਤੇ ਨੇ, ਕਿਉਂਕਿ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਕਿ ਤੁਸੀਂ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਪਾਪ ਕਰ ਲਓ, ਪਰ ਇੰਨਾ ਕੁ ਨਾਮ ਸਿਮਰਨ ਕਰ ਲਿਓ, ਉਹ ਸਾਰੇ ਪਾਪਾਂ ਦਾ ਭਾਰ ਤੁਹਾਡੇ ਉੱਤੋਂ ਉਤਰ ਜਾਵੇਗਾ, ਤੁਸੀਂ ਪਵਿੱਤਰ ਬਣ ਜਾਓਗੇ। ਇਸੇ ਤਰ੍ਹਾਂ ਤੁਸੀਂ ਚੋਰੀਆਂ ਕਰੋ, ਡਾਕੇ ਮਾਰੋ, ਫਿਰ ਉਹਦੇ ਵਿੱਚੋਂ ਕੁਝ ਪੁਜਾਰੀ ਤਬਕੇ ਨੂੰ ਦਾਨ ਕਰ ਦਿਓ ਅਤੇ ਉਹ ਤੁਹਾਡੇ ਨਾਮ ਦੀ ਅਰਦਾਸ ਮੰਤਰ ਪਾਠ ਕਰ ਦੇਣਗੇ ਅਤੇ ਉਹ ਸਾਰਾ ਪਾਪ ਤੁਹਾਡਾ ਚੋਰੀਆਂ ਡਾਕਿਆਂ ਵਾਲਾ ਉਹ ਉਤਰ ਜਾਵੇਗਾ। ਵਿਭਚਾਰੀ ਬਣੋ, ਕਾਮੀ ਬਣੋ ਅਤੇ ਭਾਵੇਂ ਕਤਲ ਤੱਕ ਕਰ ਦਿਓ ਅਤੇ ਫਿਰ ਤੁਸੀਂ ਪੁਜਾਰੀ ਕੋਲੋਂ ਪਾਠ ਕਰਵਾ ਲਓ, ਹਵਨ ਕਰਵਾ ਲਓ, ਜਗ ਕਰਾ ਲਓ ਅਤੇ ਉਹਦੇ ਤੋਂ ਸਰਟੀਫਿਕੇਟ ਲੈ ਲਓ ਕਿ ਸਾਰੇ ਪਾਪ ਤੁਹਾਡੇ ਉਤਰ ਗਏ। ਅਤੇ ਰਾਜੇ ਮਹਾਰਾਜੇ ਇਸੇ ਤਰ੍ਹਾਂ ਕਰਦੇ ਸੀ। ਵੱਡੇ ਵੱਡੇ ਜੰਗ ਯੁੱਧ ਹੁੰਦੇ ਸਨ, ਜੰਗਾਂ ਦੇ ਵਿੱਚ ਬੇਅੰਤ ਲੋਕ ਮਾਰੇ ਜਾਂਦੇ ਸਨ। ਜਿਹੜੀ ਫੌਜ ਲੜਦੀ ਹੈ ਉਹ ਤਾਂ ਮਰਦੀ ਸੀ, ਪਰ ਆਮ ਬੇਕਸੂਰ ਲੋਕ ਵੀ ਮਾਰੇ ਜਾਂਦੇ ਸਨ। ਅਤੇ ਬਹੁਤੀਆਂ ਔਰਤਾਂ ਦੇ ਨਾਲ ਬੜੀ ਧੱਕੇਸ਼ਾਹੀ ਇਹ ਜਿਹੜੀਆਂ ਧਾੜਵੀ ਫੌਜਾਂ ਉਹ ਕਰਦੀਆਂ ਸਨ। ਅਤੇ ਉਹ ਰਾਜੇ ਮਹਾਰਾਜੇ ਵੀ ਫਿਰ ਬਾਅਦ ਦੇ ਵਿੱਚ ਜਦੋਂ ਜੰਗ ਹਟ ਜਾਂਦੀ ਸੀ ਤਾਂ ਉਦੋਂ ਫਿਰ ਪੁਜਾਰੀਆਂ ਕੋਲੋਂ ਮੰਤਰ ਜਾਪ, ਹਵਨ ਆਦਿਕ ਪਾਠ ਵਗੈਰਾ ਕਰਾਉਂਦੇ ਸੀ ਅਤੇ ਮੰਤਰ ਪੜ੍ਹਦੇ ਸੀ ਅਤੇ ਪੁਜਾਰੀਆਂ ਨੂੰ ਬਹੁਤ ਸਾਰਾ ਦਾਨ ਪੁੰਨ ਕਰਕੇ ਉਹਦੇ ਕੋਲੋਂ ਅਰਦਾਸਾਂ ਕਰਾਉਂਦੇ ਸੀ ਤਾਂ ਕਿ ਸਾਡੇ ਕੀਤੇ ਹੋਏ ਸਾਰੇ ਪਾਪ ਉਤਰ ਜਾਣ। ਅਤੇ ਇਹੋ ਜਿਹੀਆਂ ਕਹਾਣੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਵੀ ਮੌਜੂਦ ਨੇ। ਜਿਵੇਂ ਇੱਕ ਵੇਸ਼ਵਾ ਸੀ, ਉਹਨੇ ਤੋਤੇ ਤੇ ਕੋਲੋਂ ਕੁਝ ਸੁਣ ਲਿਆ ਰਾਮ ਨਾਮ ਅਤੇ ਉਹ ਵੀ ਤਰ ਗਈ। ਇਸੇ ਤਰ੍ਹਾਂ ਹੋਰ ਕਿੰਨੇ ਸਾਰੇ ਚੋਰ, ਡਾਕੂ, ਲਟੇਰੇ, ਵਿਭਚਾਰੀ, ਕਾਤਲ, ਉਹਨਾਂ ਨੇ ਮੰਤਰ ਪੜ੍ਹਿਆ ਅਤੇ ਉਹਨਾਂ ਦਾ ਪਾਰ ਨਿਸਤਾਰਾ ਹੋ ਗਿਆ। ਉਹਨਾਂ ਨੇ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕੀਤਾ ਅਤੇ ਪਵਿੱਤਰ ਜਲ ਦੇ ਨਾਲ ਉਹਦੇ ਸਾਰੇ ਪਾਪ ਉਤਰ ਗਏ, ਉਹਦਾ ਪਾਰ ਨਿਸਤਾਰਾ ਹੋ ਗਿਆ। ਅਤੇ ਇਸੇ ਤਰ੍ਹਾਂ ਫਲਾਣੇ ਧਰਮ ਸਥਾਨ 'ਤੇ ਜਾ ਕੇ ਉਹਨੇ ਮੱਥਾ ਟੇਕਿਆ, ਉਹਦਾ ਪਾਰ ਨਿਸਤਾਰਾ ਹੋ ਗਿਆ, ਸਾਰੇ ਪਾਪ ਉਤਰ ਗਏ। ਸਾਡੇ ਵਿੱਚ ਵੀ ਗੁਰਬਾਣੀ ਦੀ ਕੋਈ ਪੰਗਤੀ ਬਾਰ-ਬਾਰ ਪੜ੍ਹਨ ਦੇ ਨਾਲ ਆਹ ਪਾਪ ਨਸ਼ਟ ਹੋ ਜਾਂਦਾ ਹੈ। ਅੰਮ੍ਰਿਤ ਖੰਡੇ ਕੀ ਪਹੁਲ ਛਕਣ ਦੇ ਨਾਲ ਇਹ ਸਾਰੇ ਪਾਪ ਕੱਟੇ ਜਾਂਦੇ ਨੇ, ਸਵਰਗਾਂ ਦੇ ਵਿੱਚ ਤੁਹਾਨੂੰ ਵਾਸਤਾ ਮਿਲਦਾ ਹੈ। ਅਖੰਡ ਪਾਠ ਕਰਨ ਦੇ ਨਾਲ ਤਾਂ ਉਹ ਇੰਨਾ ਸਾਰਾ ਪੁੰਨ ਗਣਾਈ ਜਾਂਦੇ ਨੇ ਕਿ ਆਉਂਦੀਆਂ ਪੀੜ੍ਹੀਆਂ ਵੀ ਤੁਹਾਡੀਆਂ ਤਰ ਜਾਣਗੀਆਂ। ਤੁਹਾਨੂੰ ਸੱਚਖੰਡ ਦੇ ਵਿੱਚ ਪਰਮਾਤਮਾ ਆਪਣੇ ਕੋਲੇ ਗੱਦੀ ਦੇ ਉੱਤੇ ਬਿਠਾਵੇਗਾ, ਆਪਣੇ ਕੋਲ ਨਿਵਾਸ ਦੇਵੇਗਾ। ਅਗਲੇ ਜਨਮ ਤੁਹਾਡੇ ਬਹੁਤ ਸੁਖੀ ਹੋ ਜਾਣਗੇ। ਇਹ ਬਹੁਤ ਕੁਝ ਪੁਜਾਰੀਆਂ ਵੱਲੋਂ ਰੋਜ਼ਾਨਾ ਹੀ ਆਖਿਆ ਜਾਂਦਾ ਹੈ।
ਪਰ ਭਾਈ ਗੁਰਦਾਸ ਜੀ ਤਾਂ ਹੋਰ ਹੀ ਕੁਝ ਕਹੀ ਜਾਂਦੇ ਨੇ ਇੱਥੇ। ਕਹਿਣ ਲੱਗੇ ਮੰਨ ਲੈਂਦੇ ਆ ਤੁਹਾਡੀ ਗੱਲ, ਪੁਰਾਣੇ ਸਮੇਂ 'ਚ ਇਹੋ ਜਿਹੀ ਹੋ ਗਈ ਹੋਣੀ ਹੈ, ਅੱਜ ਨਾ ਕਿਤੇ ਕਰਨ ਲੱਗ ਪਿਓ। ਉਹ ਕਹਾਣੀ ਝੂਠੀ ਹੈ ਕਿ ਸੱਚੀ ਹੈ, ਸਾਡੇ ਕੋਲੇ ਕੋਈ ਗਰੰਟੀ ਨਹੀਂ ਹੈ, ਪਰ ਅੱਜ ਜੇ ਇਹੋ ਜਿਹੇ ਕੰਮ ਕਰੋਗੇ ਤਾਂ ਸਮਾਜ ਦਾ ਸਤਿਆਨਾਸ਼ ਹੋ ਜਾਵੇਗਾ। ਇਹ ਪੁਜਾਰੀਆਂ ਦੀਆਂ ਘੜੀਆਂ ਹੋਈਆਂ ਝੂਠੀਆਂ ਕਹਾਣੀਆਂ ਨੇ। ਹੁਣ ਇੱਥੇ ਆ ਇੱਕ ਇੱਕ ਕਰਕੇ ਆਪਾਂ ਲੈ ਰਹੇ ਹਾਂ। ਜੇਕਰ ਉਧਰੀ ਪੂਤਨਾ ਵਿਹੂ ਪਿਆਲਣ ਕੰਮ ਨਾ ਚੰਗਾ, ਗਨਕਾ ਉਧਰੀ ਆਖੀਐ ਪਰ ਘਰ ਜਾਏ न ਲਈਐ ਪੰਗਾ। ਬਾਲਮੀਕ ਨਿਸਤਾਰਿਆ ਮਾਰੈ ਵਾਟ न ਹੋਏ ਨਿਸੰਗਾ। ਫੰਦਕ ਉਧਰੈ ਆਖੀਅਨ ਫਾਹੀ ਪਾਏ न ਫੜੀਐ ਟੰਗਾ। ਜੇ ਕਸਾਈ ਉਧਰਿਆ ਜੀਆਂ ਘਾਏ न ਖਾਈਐ ਭੰਗਾ। ਪਰ ਉਤਾਰੈ ਬੋਹਿਥਾ ਸੋਇਨਾ ਲੋ ਨਾਹੀ ਇਕ ਰੰਗਾ। ਇਤ ਪਰਵਾਸੈ ਰਹਿਣ ਕੁਟੰਗਾ, ਇਤ ਪਰਵਾਸੈ ਰਹਿਣ ਕੁਟੰਗਾ। ਹੇ ਭਾਈਓ, ਕ੍ਰਿਸ਼ਨ ਨੂੰ ਮਾਰਨ ਵਾਸਤੇ ਪੂਤਨਾ ਨਾਮੀ ਔਰਤ ਆਪਣੀਆਂ ਦੁੱਧੀਆਂ ਨੂੰ ਜ਼ਹਿਰ ਲਾ ਕੇ ਗਈ, ਪਰ ਜ਼ਹਿਰ ਨਾਲ ਉਹ ਖੁਦ ਹੀ ਮਰ ਗਈ। ਭਾਵੇਂ ਉਸ ਨੂੰ ਮੁਕਤ ਹੋਈ ਕਿਹਾ ਜਾਂਦਾ ਹੈ, ਪਰ ਦੇਖਿਓ ਕਿਤੇ ਕਿਸੇ ਨੂੰ ਜ਼ਹਿਰ ਦੇਣਾ ਚੰਗਾ ਕੰਮ ਨਹੀਂ ਹੈ। ਇਹੋ ਜਿਹੇ ਕੰਮ ਪੂਤਨਾ ਵਰਗੇ ਹੁਣ ਕੋਈ ਔਰਤ ਨਾ ਕਰਨ ਲੱਗ ਪਵੇ। ਇਹ ਕਹਾਣੀ ਤਾਂ ਜੋੜ ਦਿੱਤੀ ਗਈ ਕਿ ਕ੍ਰਿਸ਼ਨ ਨੇ ਉਹਦਾ ਪਾਰ ਨਿਸਤਾਰਾ ਕਰ ਦਿੱਤਾ, ਪਰ ਕਿਤੇ ਇਹਦੀ ਪਰੰਪਰਾ ਨਾ ਬਣਾ ਲਿਓ ਕਿ ਜਿੰਨੇ ਮਰਜ਼ੀ ਪਾਪ ਕਰੀ ਜਾਓ, ਕਿਸੇ ਦੇ ਬੱਚੇ ਨੂੰ ਦੁੱਧੀਆਂ ਨਾਲ ਜ਼ਹਿਰ ਲਾ ਕੇ ਮਾਰਿਆਓ ਤੇ ਮਗਰੋਂ ਤਾਂ ਭਾਵੇਂ ਤੁਹਾਡਾ ਪਾਰ ਨਿਸਤਾਰਾ ਹੋ ਹੀ ਜਾਣਾ ਹੈ। ਗਨਕਾ ਨਾਮੀ ਵੇਸ਼ਵਾ ਤਰ ਗਈ ਮੰਨੀ ਜਾਂਦੀ ਹੈ, ਪਰ ਵੇਸ਼ਵਾ ਪੁਣਾ ਜਾਂ ਵੇਸ਼ਵਾ ਗਮਨੀ ਬੁਰੀ ਆਦਤ ਹੈ। ਵੇਖਿਓ ਕਿਤੇ ਇਸ ਰਾਹ ਤੇ ਨਾ ਚੱਲ ਪਿਓ, ਕਿਉਂਕਿ ਇੱਕ ਵੇਸ਼ਵਾ ਦੇ ਬਾਰੇ, ਜਿਹੜੀ ਗਨਕਾ ਦਾ ਨਾਮ ਸੀ, ਉਹਦੇ ਬਾਰੇ ਮਸ਼ਹੂਰ ਕੀਤਾ ਗਿਆ ਕਿ ਇੱਕ ਸਾਧੂ ਮਹਾਤਮਾ ਉਹਦੇ ਕੋਲੇ ਚਲਿਆ ਗਿਆ ਤੇ ਉਹਨੇ ਸਾਧੂ ਨੇ ਕਿਹਾ ਤੂੰ ਰਾਮ ਨਾਮ ਜਪਿਆ ਕਰ। ਉਹ ਕਹਿੰਦੀ ਜੀ ਰਾਮ ਨਾਮ ਤਾਂ ਮੇਰੇ ਮੂੰਹ ਚੋਂ ਨਿਕਲਦਾ ਹੀ ਨਹੀਂ ਹੈ, ਹੱਦ ਹੋ ਗਈ ਹੈ। ਬਾਕੀ ਸਾਰਾ ਕੁਝ ਉਹ ਬੋਲ ਸਕਦੀ ਹੈ ਤੇ ਰਾਮ ਨਾਮ ਉਹਦੇ ਮੂੰਹ ਚੋਂ ਨਹੀਂ ਨਿਕਲਦਾ। ਕਹਿੰਦੇ ਸਾਧੂ ਨੇ ਉਹਨੂੰ ਇੱਕ ਤੋਤਾ ਦੇ ਦਿੱਤਾ। ਕਹਿੰਦਾ ਲੈ ਬੀਬਾ, ਇਹ ਤੋਤੇ ਤੋਂ ਤੂੰ ਰਾਮ ਨਾਮ ਰੋਜ਼ ਸੁਣਿਆ ਕਰ, ਹੌਲੀ ਹੌਲੀ ਤੂੰ ਵੀ ਬੋਲਣ ਲੱਗ ਪਏਂਗੀ ਇਹਦੇ ਵਾਂਗੂ। ਕਹਿੰਦੇ ਤੋਤਾ ਪੜ੍ਹਿਆ ਲਿਖਾਇਆ ਸੀ, ਰਾਮ ਨਾਮ ਰੋਜ਼ਾਨਾ ਬੋਲਦਾ ਸੀ ਤੇ ਹੌਲੀ ਹੌਲੀ ਕੁਝ ਦਿਨਾਂ ਤੋਂ ਬਾਅਦ ਉਹ ਵੇਸ਼ਵਾ ਬੀਬੀ ਵੀ ਰਾਮ ਨਾਮ ਕਹਿਣ ਲੱਗ ਪਈ। ਇੱਕ ਵੇਸ਼ਵਾ ਹੋਣ ਦੇ ਬਾਵਜੂਦ ਵੀ ਤੋਤੇ ਕੋਲੋਂ ਰਾਮ ਨਾਮ ਸੁਣ ਕੇ ਆਪ ਜਪ ਕੇ ਤੇ ਉਹਦਾ ਪਾਰ ਨਿਸਤਾਰਾ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦਾ ਪਾਰ ਨਿਸਤਾਰਾ ਤੇ ਭਾਵੇਂ ਤੁਸੀਂ ਕਹਿੰਦੇ ਹੋ ਗਿਆ, ਪਰ ਦੇਖਿਓ ਕਿਤੇ ਔਰਤਾਂ ਨੂੰ ਵੇਸ਼ਵਾ ਗਮਨੀ ਵੱਲ ਨਾ ਤੋਰ ਦਿਓ ਤੇ ਮਗਰੋਂ ਕਹਿ ਦਿਓ ਕਿ ਰਾਮ ਨਾਮ ਜਪ ਲੈ, ਤੂੰ ਜਿਹੜੇ ਪਾਪ ਕੀਤੇ ਨੇ ਸਾਰੇ ਆਪ ਹੀ ਉਤਰ ਜਾਣਗੇ। ਵੇਸ਼ਵਾ ਗਮਨੀ ਜਾਂ ਬੁਰੀ ਆਦਤ ਹੈ, ਇਹੋ ਜਿਹਾ ਨਹੀਂ ਕਰਨਾ ਚਾਹੀਦਾ। ਆਖਿਆ ਜਾਂਦਾ ਹੈ ਕਿ ਬੁਰੇ ਕੰਮ ਕਰਨ ਵਾਲਾ ਬਾਲਮੀਕ ਤਰ ਗਿਆ। ਕਹਾਣੀਆਂ ਦੇ ਮੁਤਾਬਕ ਕਹਿੰਦੇ ਉਹ ਰਾਹੀਆਂ ਨੂੰ ਲੁੱਟ ਲੈਂਦਾ ਸੀ, ਆਹ ਕਰ ਦਿੰਦਾ ਸੀ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਦੇਖਿਓ ਕਿਤੇ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਡਾਕੇ ਮਾਰਨੇ ਸ਼ੁਰੂ ਕਰ ਦਿਓ, ਜਿਵੇਂ ਉਹ ਤਰ ਗਿਆ ਤੇ ਤੁਸੀਂ ਵੀ ਉਸ ਤਰ੍ਹਾਂ ਹੀ ਤਰ ਜਾਓਗੇ। ਪੰਛੀਆਂ ਨੂੰ ਫਾਹੀ ਲਾ ਕੇ ਫੜਨ ਵਾਲਾ ਤੇ ਉਹਨਾਂ ਨੂੰ ਮਾਰਨ ਵਾਲਾ ਜੇ ਮੁਕਤ ਹੋ ਗਿਆ ਤਾਂ ਤੁਸੀਂ ਅਜਿਹੇ ਕੰਮ ਕਰਨਾ ਲੱਗ ਪੈਣਾ। ਅਗਰ ਇੱਕ ਕਸਾਈ ਦਾ ਪਾਰ ਨਿਸਤਾਰਾ ਹੋ ਗਿਆ ਤਾਂ ਇਹ ਨਾ ਸਮਝ ਲੈਣਾ ਕਿ ਤੁਸੀਂ ਵੀ ਕਸਾਈਆਂ ਵਾਲਾ ਰਾਹ ਅਖਤਿਆਰ ਕਰ ਲਵੋ ਵੀ ਸਾਡਾ ਵੀ ਪਾਰ ਨਿਸਤਾਰਾ ਤਾਂ ਹੋ ਹੀ ਜਾਣਾ। ਲੱਕੜੀ ਦੇ ਬਣੇ ਬੇੜੇ ਰਾਹੀਂ ਦਰਿਆ ਪਾਰ ਕਰੀਦਾ ਹੈ। ਸੋਨਾ ਅਤੇ ਲੋਹਾ ਭਾਵੇਂ ਕਿੰਨੇ ਕੀਮਤੀ ਹਨ, ਪਰ ਇਹ ਦਰਿਆ ਤੋਂ ਪਾਰ ਨਹੀਂ ਲੰਘਾ ਸਕਣਗੇ। ਅਜਿਹੀਆਂ ਬੁਰਾਈਆਂ ਅਤੇ ਬੁਰੀਆਂ ਆਦਤਾਂ ਇਹ ਜ਼ਿੰਦਗੀ ਨੂੰ ਤਬਾਹ ਕਰ ਦਿੰਦੀਆਂ ਨੇ। ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ। ਜੇ ਪੁਰਾਤਨ ਕਹਾਣੀਆਂ ਇਹੋ ਜਿਹੀਆਂ ਕਿਤੇ ਸੁਣਨ ਨੂੰ ਮਿਲਦੀਆਂ ਵੀ ਨੇ ਤਾਂ ਇਹਨਾਂ 'ਤੇ ਕਿਤੇ ਵਿਸ਼ਵਾਸ ਕਰਕੇ ਇਹ ਨਾ ਸਮਝ ਲਿਓ ਕਿ ਅੱਜ ਅਸੀਂ ਇਹਨਾਂ ਵਾਂਗੂ ਬੁਰੇ ਕੰਮ ਕਰ ਲਈਏ ਤੇ ਮਗਰੋਂ ਤਾਂ ਅਸੀਂ ਬਖਸ਼ੀ ਜਾਣਾ ਤੇ ਸੁਰਗਾਂ ਦਾ ਟਿਕਟ ਤਾਂ ਸਾਡੇ ਕੋਲੇ ਪੱਕਾ ਹੈ, ਕਿਉਂਕਿ ਪੁਜਾਰੀ ਨੇ ਕਿਹਾ ਹੋਇਆ। ਭਾਈ ਗੁਰਦਾਸ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਦੱਬ ਕੇ ਖਿੱਲੀ ਉਡਾਈ ਹੈ ਕਿ ਦੇਖਿਓ ਕਿਤੇ ਇਸ ਰਾਹ 'ਤੇ ਨਾ ਚੱਲ ਪਿਓ, ਇਹ ਬਹੁਤ ਭੈੜੇ ਰਾਹ ਨੇ। ਇਹ ਕਹਾਣੀਆਂ ਤੁਹਾਡੇ ਦਿਮਾਗ 'ਚ ਪੁਜਾਰੀ ਤਬਕੇ ਵੱਲੋਂ ਤੁੰਨੀਆਂ ਗਈਆਂ ਨੇ। ਕੋਈ ਗਰੰਟੀ ਨਹੀਂ ਕਿ ਇਹ ਕਹਾਣੀਆਂ ਸੱਚ ਵੀ ਹੋਣਗੀਆਂ। ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਵਿਅੰਗ ਨੰਬਰ 42। ਇੱਥੇ ਵੀ ਭਾਈ ਗੁਰਦਾਸ ਜੀ ਨੇ ਬੜੀ ਕਮਾਲ ਦੇ ਹਵਾਲੇ ਦਿੱਤੇ ਨੇ। ਇੱਕ ਲਾਈਨ ਦੇ ਵਿੱਚ ਤਾਂ ਅਜਿਹਾ ਕੁਝ ਵੀ ਭਾਈ ਗੁਰਦਾਸ ਨੇ ਲਿਖ ਦਿੱਤਾ ਹੈ ਜਿਹੜਾ ਕਿ ਅਸੀਂ ਸਿੱਧੇ ਤਰੀਕੇ ਸਮਾਜ ਦੇ ਵਿੱਚ ਬੋਲ ਨਹੀਂ ਸਕਦੇ, ਸਟੇਜ 'ਤੇ ਬੋਲ ਕੇ ਸੁਣਾ ਨਹੀਂ ਸਕਦੇ,
ਪਰ ਭਾਈ ਗੁਰਦਾਸ ਨੇ ਬੇਬਾਕੀ ਦੇ ਨਾਲ ਉਹ ਸ਼ਬਦ ਵੀ ਲਿਖ ਦਿੱਤਾ ਹੈ ਜਿਹੜਾ ਕਿ ਸਾਡੇ ਆਮ ਸਮਾਜ ਦੇ ਵਿੱਚ ਬੋਲਣਾ ਵਰਜਿਤ ਮੰਨਿਆ ਜਾਂਦਾ ਹੈ। ਇੱਥੇ ਵੀ ਦਾਸ ਜਿਹੜੀ ਉਹ ਪੰਗਤੀ ਲਿਖੀ ਹੋਈ ਹੈ ਉਹ ਤਾਂ ਲਿਖਤ ਦੇ ਮੁਤਾਬਕ ਉਸ ਤਰ੍ਹਾਂ ਮੈਂ ਪੜ੍ਹ ਕੇ ਸੁਣਾਵਾਂਗਾ, ਪਰ ਅਰਥ ਕਰਨ ਲੱਗਿਆਂ ਉਹਦੇ ਬਦਲ ਕੇ ਅਰਥ ਕਰਨੇ ਪੈਂਦੇ ਨੇ ਜਿਹੜੇ ਕਿ ਅੱਜ ਸਮਾਜ ਦੇ ਵਿੱਚ ਅਸ਼ਲੀਲ ਨਹੀਂ ਮੰਨੇ ਜਾਂਦੇ ਤੇ ਸੱਭਿਅਕ ਤੌਰ 'ਤੇ ਸਮਾਜ ਦੇ ਵਿੱਚ ਉਹ ਸੁਣਾਏ ਜਾ ਸਕਦੇ ਨੇ। ਜਿਵੇਂ ਕਿ ਗੁਪਤ ਅੰਗਾਂ ਨੂੰ ਆਪਾਂ ਉਸ ਢੰਗ ਨਾਲ ਨਹੀਂ ਬੋਲ ਸਕਦੇ ਜਿਵੇਂ ਕਿ ਸਮਾਜ ਦੇ ਵਿੱਚ ਉਹਨਾਂ ਨੂੰ ਅਸ਼ਲੀਲਤਾ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਗਾਲੀ ਗਲੋਚ ਕਰਦਿਆਂ ਜਾਂ ਲੜਦੇ ਝਗੜਦਿਆਂ ਕਿਸੇ ਦਾ ਅਪਮਾਨ ਕਰਦਿਆਂ ਗੁਪਤ ਅੰਗਾਂ ਦਾ ਗਲਤ ਤਰੀਕੇ ਨਾਲ ਅਸ਼ਲੀਲਤਾ ਭਰੇ ਢੰਗ ਦੇ ਨਾਲ ਨਾਮ ਲੈ ਕੇ ਬੇਪਤ ਕੀਤਾ ਜਾਂਦਾ ਹੈ ਔਰਤਾਂ ਨੂੰ ਅਤੇ ਪੁਰਸ਼ਾਂ ਨੂੰ। ਅਤੇ ਜਦੋਂ ਅਸੀਂ ਸੱਭਿਅਕ ਤਰੀਕੇ ਨਾਲ ਗੁਪਤ ਅੰਗ ਦਾ ਨਾਮ ਲਈਏ ਤਾਂ ਉਦੋਂ ਉਹਦੇ ਵਿੱਚ ਬੇਇੱਜ਼ਤੀ ਕਰਨ ਵਾਲਾ ਕੋਈ ਅੰਸ਼ ਨਹੀਂ ਹੁੰਦਾ। ਡਾਕਟਰ ਵੀ ਆਪਣੇ ਵਿਦਿਆਰਥੀਆਂ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ ਪੁਰਸ਼ ਦੇ ਔਰਤ ਦੇ ਅੰਗਾਂ ਬਾਰੇ ਪੜ੍ਹਾਉਂਦੇ ਨੇ, ਜਾਣਕਾਰੀ ਦਿੰਦੇ ਨੇ। ਉਹਨਾਂ ਨੇ ਵੀ ਆਪਣੇ ਕੋਈ ਸ਼ਬਦਾਂ ਦੀ ਚੋਣ ਕੀਤੀ ਹੁੰਦੀ ਹੈ। ਅਸ਼ਲੀਲਤਾ ਭਰੇ ਤਰੀਕੇ ਨਾਲ ਉਹ ਇਹਨਾਂ ਅੰਗਾਂ ਦਾ ਨਾਮ ਨਹੀਂ ਲੈਂਦੇ। ਅਸੀਂ ਘਰਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਇਹੋ ਜਿਹੇ ਗੁਪਤ ਅੰਗਾਂ ਦੇ ਨਾਮ ਲੈਂਦੇ ਹਾਂ, ਪਰ ਉਹਨਾਂ ਨੂੰ ਸੱਭਿਅਕ ਤਰੀਕੇ ਨਾਲ ਪੇਸ਼ ਕਰਦੇ ਹਾਂ। ਕਿਤੇ ਕਿਸੇ ਦਾ ਅਪਮਾਨ ਨਾ ਹੋਵੇ, ਕੋਈ ਅਸ਼ਲੀਲਤਾ ਭਰਿਆ ਢੰਗ ਤਰੀਕਾ ਨਾ ਵਰਤਿਆ ਜਾਵੇ। ਆਪਣੀ ਜ਼ਬਾਨ ਨੂੰ ਕੰਟਰੋਲ ਵਿੱਚ ਰੱਖ ਕੇ ਸਾਰਿਆਂ ਦੇ ਸਾਹਮਣੇ ਜਿਹੜੀ ਗੱਲ ਕਰਨੀ ਹੈ ਉਹਨੂੰ ਸੱਭਿਅਕ ਤਰੀਕੇ ਨਾਲ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਅਤੇ ਇੱਥੇ ਭਾਈ ਗੁਰਦਾਸ ਜੀ ਨੇ ਤਾਂ ਸਾਡੀ ਬੇਅਕਲੀ ਨੂੰ ਇੰਨਾ ਬੇਬਾਕੀ ਨਾਲ ਪੇਸ਼ ਕੀਤਾ ਹੈ। ਲਓ ਪਹਿਲਾਂ ਇਸ ਪੌੜੀ ਨੂੰ ਤੁਸੀਂ ਸੁਣ ਲਓ। ਇਹ ਵਾਰ 32ਵੀਂ ਪੌੜੀ 13ਵੀਂ ਹੈ। ਰੁੱਖਾਂ ਵਿੱਚ ਕੁਰੁੱਖ ਹੈ ਅਰੰਡ ਅਵਾਈ ਆਪ ਗਣਾਏ, ਪਿੱਦਾ ਜੁਮ ਪਖਨੇਰੂਆਂ ਬਹਿ ਬਹਿ ਡਾਲੀ ਬਹੁਤ ਵਫਾਏ, ਭੇਡ ਭਵਿੰਡਾ ਮੂੰਹ ਕਰੈ ਤਰਣਾ ਪੈਦੇ ਚਾਰ ਬਲਾਏ, ਮੁਖ ਅੱਖੀਂ ਨੱਕ ਕੰਨ ਜਿਉਂ ਇੰਦਰਿਆਂ ਵਿੱਚ ਗਾਂਡ ਸਦਾਏ, ਮੂਰਖ ਅੰਦਰ ਮਾਨਸਾ ਬਿਨ ਗੁਣ ਗਰਬ ਕਰੈ ਆਲਾਏ, ਮਜਲਸ ਬੈਠਾ ਆਪ ਲਖਾਏ, ਮਜਲਸ ਬੈਠਾ ਆਪ ਲਖਾਏ। ਹੇ ਭਾਈ, ਰੁੱਖਾਂ ਵਿੱਚ ਅਰਿੰਡ ਇੱਕ ਅਜਿਹਾ ਕਮਜ਼ੋਰ ਰੁੱਖ ਹੈ ਜੋ ਕਿਸੇ ਕੰਮ ਨਹੀਂ ਆਉਂਦਾ। ਉਹ ਦਿਸਦਾ ਤਾਂ ਬਹੁਤ ਵੱਡਾ ਹੈ ਪਰ ਉਹਦੇ ਲੱਕੜ ਦੇ ਵਿੱਚ ਤਾਕਤ ਕੋਈ ਨਹੀਂ ਹੁੰਦੀ, ਬਸ ਵੇਖਣ ਭਾਖਣ ਜੋਗਾ ਹੀ ਹੁੰਦਾ। ਕੀ ਬਹੁਤੇ ਲੋਕਾਂ ਦੀ ਇਹੀ ਹਾਲਤ ਤਾਂ ਨਹੀਂ ਹੈ? ਇੱਕ ਸਭ ਤੋਂ ਛੋਟਾ ਪੰਛੀ ਜਿਹਨੂੰ ਪਿੱਦਾ ਕਹਿੰਦੇ ਨੇ, ਚਿੜੀ ਨਾਲੋਂ ਵੀ ਛੋਟਾ ਹੁੰਦਾ ਹੈ। ਇੱਕ ਸਭ ਤੋਂ ਛੋਟਾ ਪੰਛੀ ਪਿੱਦਾ ਪਤਲੀਆਂ ਪਤਲੀਆਂ ਟਾਹਣੀਆਂ 'ਤੇ ਬੈਠ ਕੇ ਉਹਨਾਂ ਨੂੰ ਨੀਵੀਆਂ ਕਰ ਦਿੰਦਾ ਹੈ। ਦੂਜੇ ਵੱਡੇ ਪੰਛੀਆਂ ਅੱਗੇ ਆਪਣੀ ਤਾਕਤ ਦਾ ਫਿਰ ਵਿਖਾਵਾ ਕਰਦਾ ਵੀ ਵੇਖਿਆ ਮੈਂ ਜਿਹੜੀ ਡਾਹਣੀ 'ਤੇ ਬਹਿਣਾ ਉਹੀ ਝੁੱਕ ਕੇ ਧਰਤੀ ਨਾਲ ਲੱਗ ਜਾਂਦੀ ਹੈ। ਪਰ ਕਹਾਣੀ ਸਮਝਾਉਣ ਵਾਸਤੇ ਅੱਗੋਂ ਕਿਸੇ ਦੂਜੇ ਪੰਛੀ ਨੇ ਜੀ ਉਹਨੂੰ ਸਵਾਲ ਕਰਤਾ ਕਿ ਭਲਿਆ ਮਾਨਸਾ ਤੂੰ ਬਹਿੰਦਾ ਕਾਹਦੇ 'ਤੇ ਹੈ? ਤੂੰ ਤਾਂ ਨਿੱਕੇ ਨਿੱਕੇ ਪਤਲੇ ਘਾਹ ਫੂਸ ਦੇ ਟਾਹਣੀਆਂ 'ਤੇ ਬਹਿਣਾ। ਉਹਨਾਂ ਨੇ ਤਾਂ ਵਿਚਾਰੀਆਂ ਨੇ ਲਿਫਣਾ ਹੀ ਲਿਫਣਾ, ਕਿਸੇ ਚੰਗੀ ਵੱਡੀ ਟਾਹਣੀ 'ਤੇ ਬੈਠ ਕੇ ਵੇਖਗਾ। ਪਰ ਨਹੀਂ, ਉਹਨੂੰ ਇਉਂ ਲੱਗਦਾ ਕਿ ਮੈਂ ਬੜਾ ਤਾਕਤਵਰ ਹਾਂ, ਦੇਖੋ ਟਾਹਣੀਆਂ ਕਿਵੇਂ ਲਿਫ ਜਾਂਦੀਆਂ ਨੇ। ਕਹਿੰਦੇ 4 ਦਿਨਾਂ ਲਈ ਤਾਂ ਭਾਈ ਜਵਾਨੀ ਭੇਡ 'ਤੇ ਵੀ ਆਉਂਦੀ ਹੈ। ਭੇਡ ਵੀ ਆਪਣੇ ਆਪ ਨੂੰ ਬਹੁਤ ਸੁੰਦਰ ਸਮਝਦੀ ਹੈ, ਪਰ ਕੀ ਸੱਚਮੁੱਚ ਆਪਾਂ ਭੇਡਾਂ ਨੂੰ ਸੁੰਦਰ ਸਮਝਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ? ਜਿਹਨੂੰ ਸਭ ਤੋਂ ਨਖਿੱਧ ਨਿਕੰਮਾ ਕਹਿਣਾ ਹੋਵੇ ਉਹਨੂੰ ਭੇਡ ਜਾਂ ਭੇਡੂ ਕਹਿ ਕੇ ਆਪਾਂ ਸਨਮਾਨਿਤ ਕਰਦੇ ਹਾਂ। ਇਹੋ ਜਿਹਾ ਸਨਮਾਨ ਹੈ ਭੇਡ ਦਾ, ਅਤੇ ਬੰਦੇ ਨੂੰ ਵੀ ਆਪਾਂ ਭੇਡ ਕਹਿ ਦਿੰਦੇ ਹਾਂ। ਤੋ ਇੱਥੇ ਭਾਈ ਗੁਰਦਾਸ ਜੀ ਇਹੀ ਤਾਂ ਕਹਿ ਰਹੇ ਨੇ ਕਿ ਉਹ ਵੀ ਆਪਣੇ ਆਪ ਨੂੰ ਅਤੀ ਸੁੰਦਰ ਸਮਝਦੀ ਹੈ ਭੇਡ। ਪਰ ਕਿੰਨੇ ਕੁ ਦਿਨ? ਮਨੁੱਖ ਦੇ ਸਰੀਰ ਨਾਲ ਲੱਗੇ ਬਾਕੀ ਸਾਰੇ ਅੰਗਾਂ ਦਾ ਸਤਿਕਾਰ ਨਾਲ ਨਾਮ ਲਿਆ ਜਾਂਦਾ ਹੈ। ਆਪਾਂ ਅੱਖ, ਕੰਨ, ਨੱਕ, ਮੂੰਹ, ਹੱਥ, ਪੈਰ ਸਾਰੇ ਅੰਗਾਂ ਦਾ ਨਾਮ ਲੈਂਦੇ ਆਪਾਂ, ਅਤੇ ਕੋਈ ਉਹਦੇ ਵਿੱਚ ਬੁਰਾਈ ਨਹੀਂ ਹੈ। ਜਿਵੇਂ ਮੂੰਹ, ਅੱਖਾਂ, ਨੱਕ, ਕੰਨ ਆਦਿਕ। ਅਤੇ ਗੁਦਾ ਵੀ ਸਰੀਰ ਦਾ ਇੱਕ ਅੰਗ ਹੈ ਜਿੱਥੋਂ ਅਸੀਂ ਮਲ ਬਾਹਰ ਕੱਢਦੇ ਹਾਂ। ਗੁਦਾ ਵੀ ਇੱਕ ਅੰਗ ਤਾਂ ਹੈ ਪਰ ਉਸ ਦਾ ਸਤਿਕਾਰ ਨਹੀਂ ਹੈ, ਨਾਮ ਉਸ ਦਾ ਕੋਈ ਨਹੀਂ ਲੈਂਦਾ। ਜਿਸ ਦਾ ਸਭ ਤੋਂ ਵੱਧ ਅਪਮਾਨ ਕਰਨਾ ਹੋਵੇ ਉਸ ਨੂੰ ਗੁਦਾ ਦਾ ਨਾਮ ਅਸ਼ਲੀਲ ਢੰਗ ਨਾਲ ਵਰਤ ਕੇ ਅਪਮਾਨਿਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਮੂਰਖ ਬੰਦੇ ਬਾਰੇ ਆਖਿਆ ਜਾ ਸਕਦਾ ਹੈ ਕਿ ਭਾਵੇਂ
ਉਹ ਇਕੱਠ ਦੇ ਵਿੱਚ ਬੈਠਾ ਹੋਵੇ, ਸਿਆਣਿਆਂ ਬੰਦਿਆਂ 'ਚ ਬੈਠਾ ਹੋਵੇ, ਉਹਨਾਂ ਦੀ ਗੱਲ ਸੁਣਨ ਦੀ ਥਾਂ 'ਤੇ ਉਹ ਆਪ ਹੀ ਬਕ-ਬਕ ਕਰਦਾ ਰਹਿੰਦਾ ਹੈ। ਉਹ ਆਪਣਾ ਆਪਾ ਪ੍ਰਗਟ ਕਰਨ ਦਾ ਯਤਨ ਕਰਦਾ ਹੈ। ਉਹ ਇਉਂ ਸਮਝਦਾ ਕਿ ਮੇਰੇ ਵਰਗਾ ਅਕਲਵੰਤ ਹੈ ਇੱਥੇ ਕੋਈ ਵੀ ਨਹੀਂ ਹੈ, ਅਤੇ ਉਹਨੂੰ ਤਾਂ ਸੁਣਨ ਦੀ ਵੀ ਜਾਚ ਨਹੀਂ, ਅਕਲਮੰਦ ਹੋਣ ਦਾ ਤਰੀਕਾ ਵੀ ਨਹੀਂ ਸਿੱਖਿਆ। ਉਹ ਤਾਂ ਅਕਲਮੰਦਾਂ 'ਚ ਬੈਠ ਕੇ ਖੁਦ ਬੇਅਕਲ ਹੋ ਕੇ ਉੱਥੇ ਵੀ ਬੇਅਕਲੀ ਵਾਲੀਆਂ ਫੜਾਂ ਮਾਰਦਾ ਹੈ, ਗੱਪਾਂ ਮਾਰਦਾ ਹੈ, ਆਪਣੇ ਆਪ ਨੂੰ ਸਭ ਤੋਂ ਵੱਡਾ ਕਰਨ ਦਾ ਪ੍ਰਪੰਚ ਕਰਦਾ ਹੈ, ਅਤੇ ਆਮ ਤੌਰ 'ਤੇ ਉੱਥੋਂ ਬੇਪਤ ਹੋ ਕੇ ਹੀ ਫਿਰ ਘਰ ਨੂੰ ਆਉਂਦਾ ਹੈ। ਅਤੇ ਬਹੁਤੇ ਸਾਡੇ ਸਮਾਜ ਦੇ ਵਿੱਚ ਕਿਤੇ ਇਹੀ ਵਰਤਾਰਾ ਤਾਂ ਨਹੀਂ ਚੱਲ ਰਿਹਾ। ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਮੈਂ ਕਿੰਨਾ ਕੁ ਅਕਲਮੰਦ ਹਾਂ, ਅਤੇ ਕਿੰਨੀਆਂ ਕੁ ਮੈਂ ਕਿਤਾਬਾਂ ਪੜ੍ਹ ਲਈਆਂ, ਕਿੰਨੇ ਕੁ ਵਿਦਵਾਨਾਂ ਨਾਲ ਮੈਂ ਵਿਚਾਰ ਚਰਚਾ ਕਰ ਲਈ, ਕਿੰਨੀ ਕੁ ਮੈਂ ਗੁਰਬਾਣੀ ਪੜ੍ਹ ਲਈ ਹੈ, ਕਿਤਨੇ ਕੁ ਮੈਂ ਜ਼ਿੰਦਗੀ ਦੇ ਤਜਰਬੇ ਕਰ ਲਏ ਨੇ, ਕਿਹੜੇ ਕਿਹੜੇ ਕੰਮਾਂ 'ਚ ਮੈਂ ਕਾਮਯਾਬ ਹੋਇਆ। ਆਪਣੇ ਅੰਦਰ ਇਸ ਤਰ੍ਹਾਂ ਝਾਤੀ ਮਾਰੀਏ ਅਤੇ ਫਿਰ ਅਸੀਂ ਪਰਖ ਕਰ ਸਕਾਂਗੇ ਕਿ ਸਾਡੇ 'ਚ ਵੀ ਕੋਈ ਗੁਣ ਹੈ ਕਿ ਨਹੀਂ ਹੈ। ਨਹੀਂ ਤਾਂ ਅਸੀਂ ਇਹਨਾਂ ਉੱਪਰ ਦਿੱਤੀਆਂ ਉਦਾਹਰਣਾਂ ਵਰਗੇ ਹੀ ਹੋਵਾਂਗੇ। ਸੋ ਇਹਨਾਂ ਤੋਂ ਸੰਕੋਚ ਕਰਨਾ। ਅਤੇ ਕਿਵੇਂ ਲੱਗਦਾ ਇਹਨਾਂ ਏਡੀਆਂ ਕਠੋਰ ਟਿੱਪਣੀਆਂ 'ਤੇ ਤਾਂ ਫਿਰ ਹੱਸ ਲੈਣਾ ਚਾਹੀਦਾ ਨਾ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਬਹੁਤ ਲੋਕ ਨੇ। ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਵਿਅੰਗ ਨੰਬਰ 43 ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ, ਵਾਰ ਨੰਬਰ 32 ਅਤੇ ਪੌੜੀ ਨੰਬਰ 19। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਮੂਰਖ ਲੋਕਾਂ ਦਾ ਹੋਰ ਇੱਕ ਸਰੂਪ ਸਾਡੇ ਸਾਹਮਣੇ ਰੱਖਿਆ, ਕਿਉਂਕਿ ਸਾਡੇ ਸਮਾਜ ਦੇ ਵਿੱਚ ਕੋਈ ਮੂਰਖ ਇੱਕ ਤਰ੍ਹਾਂ ਦੇ ਥੋੜ੍ਹੇ ਨੇ, ਬਹੁਤ ਤਰ੍ਹਾਂ ਦੇ ਨੇ। ਅਸੀਂ ਰੋਜ਼ਾਨਾ ਆਲੇ ਦੁਆਲੇ ਵੇਖਦੇ ਹਾਂ। ਅੱਜ 21ਵੀਂ ਸਦੀ ਦਾ ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਵੀ ਤੁਸੀਂ ਦੇਖਦੇ ਹੋ ਕਿ ਲੋਕੀ ਜਾਨਵਰਾਂ ਦੀ ਪੂਜਾ ਕਰਦੇ ਨੇ। ਦੀਵਾਲੀ ਨੂੰ ਰੂੜੀਆਂ 'ਤੇ ਦੀਵੇ ਬਾਲਦੇ ਨੇ, ਯਾਨੀ ਕਿ ਰੂੜੀਆਂ 'ਤੇ ਵੀ ਮੱਥੇ ਟੇਕਦੇ ਨੇ। ਰੂੜੀ ਵੀ ਉਹਨਾਂ ਵਾਸਤੇ ਇੱਕ ਦੇਵਤਾ ਹੈ, ਇੱਕ ਦੇਵੀ ਹੈ। ਮੈਂ ਬਚਪਨ ਦੇ ਵਿੱਚ ਖੁਦ ਮਾਤਾ ਪਿਤਾ ਦੇ ਆਖੇ ਇਹ ਕੰਮ ਕਰਦਾ ਰਿਹਾ। ਜਦੋਂ ਥੋੜ੍ਹੀ ਸੁਰਤ ਸੰਭਲੀ ਅਤੇ ਫਿਰ ਇਨਕਾਰ ਕਰ ਦਿੱਤਾ, ਅਤੇ ਹੌਲੀ ਹੌਲੀ ਸਾਰੇ ਘਰ ਵਾਲੇ ਇਸ ਕੰਮ ਤੋਂ ਹਟ ਗਏ। ਅਤੇ ਪਿੰਡ ਦੇ ਵਿੱਚ ਜਿਹੜੇ ਟੋਭੇ ਛੱਪੜ ਹੁੰਦੇ ਸੀ, ਉਹਨਾਂ ਛੱਪੜਾਂ ਦੇ ਕਿਨਾਰੇ 'ਤੇ ਸਾਨੂੰ ਦੀਵੇ ਬਾਲਣ ਵਾਸਤੇ ਭੇਜਿਆ ਜਾਂਦਾ ਸੀ। ਸਾਰੇ ਪਿੰਡ ਦਾ ਗੰਦਾ ਪਾਣੀ ਉਹਨਾਂ ਟੋਭਿਆਂ 'ਚ ਪੈਂਦਾ ਸੀ, ਅਤੇ ਉੱਥੇ ਮੱਝਾਂ ਗਾਵਾਂ ਪਾਣੀ ਪੀ ਕੇ ਆਉਂਦੀਆਂ ਸੀ, ਮੱਝਾਂ ਵਿੱਚ ਬੈਠੀਆਂ ਰਹਿੰਦੀਆਂ ਸੀ, ਗਾਰਾ ਹੁੰਦਾ ਸੀ, ਗੰਦ ਹੁੰਦਾ ਸੀ, ਅਤੇ ਉਹਨਾਂ ਟੋਭਿਆਂ ਨੂੰ ਦੇਵਤੇ ਸਮਝ ਕੇ ਉੱਥੇ ਵੀ ਦੀਵੇ ਬਾਲੇ ਜਾਂਦੇ ਸੀ। ਇਸੇ ਤਰ੍ਹਾਂ ਕਿਤੇ ਖੇਤਾਂ ਦੇ ਵਿੱਚ ਜਠੇਰੇ ਵਗੈਰਾ ਬਣੇ ਹੁੰਦੇ ਸੀ, ਉੱਥੇ ਦੀਵਾ ਬਾਲਣਾ, ਖੂਹ 'ਤੇ ਦੀਵਾ ਬਾਲਣਾ, ਜਿਹੜਾ ਹੋਰ ਕੋਈ ਜਿਹੜੀਆਂ ਸਾਂਝੀਆਂ ਥਾਵਾਂ ਨੇ, ਹਥਾਈ ਦੇ ਵਿੱਚ, ਪਿੰਡ ਦੇ ਦਰਵਾਜ਼ੇ ਵਿੱਚ ਜਿਹੜਾ ਸਾਂਝਾ ਲਾਂਘਾ ਹੁੰਦਾ ਸੀ, ਉੱਥੇ ਦੀਵੇ ਬਾਲਦੇ ਸਾਂ। ਅਤੇ ਗੱਲ ਕੀ, ਥਾਂ ਥਾਂ 'ਤੇ ਪੂਜਾ ਅਰਚਨਾ ਕੀਤੀ ਜਾਂਦੀ ਸੀ। ਟੋਭੇ ਨੂੰ ਮੱਥਾ ਟੇਕ ਕੇ ਦੀਵਾ ਬਾਲ ਕੇ ਪੂਜਾ ਕਰਨੀ, ਰੂੜੀ 'ਤੇ ਦੀਵਾ ਬਾਲ ਕੇ ਮੱਥਾ ਟੇਕ ਕੇ ਪੂਜਾ ਕਰਨੀ, ਅਤੇ ਹੋਰ ਕਿੰਨੇ ਰੁੱਖ ਬਿਰਖ ਨੇ ਉਹਨਾਂ ਨੂੰ ਮੱਥਾ ਟੇਕ ਕੇ ਪੂਜਾ ਕਰਨੀ, ਜਾਨਵਰਾਂ ਨੂੰ ਮੱਥਾ ਟੇਕ ਕੇ ਪੂਜਾ ਕਰਨੀ। ਇਹ ਸਾਰਾ ਕੁਝ ਸਮਾਜ ਦੇ ਵਿੱਚ ਅੱਜ ਤੱਕ ਵੀ ਹੁੰਦਾ ਆ ਰਿਹਾ ਹੈ। ਅਤੇ ਤੁਸੀਂ ਆਲੇ ਦੁਆਲੇ ਜਦੋਂ ਦਿਮਾਗ ਦੀਆਂ ਅੱਖਾਂ ਖੋਲ੍ਹ ਕੇ ਵੇਖੋਗੇ, ਇਹ ਸਾਰਾ ਕੁਝ ਤੁਹਾਨੂੰ ਹੁੰਦਾ ਨਜ਼ਰ ਆ ਜਾਵੇਗਾ। ਇੱਥੇ ਇਸੇ ਤਰ੍ਹਾਂ ਮੂਰਖ ਟੋਲੇ ਦਾ ਜੋ ਘਰ ਦੇ ਵਿੱਚ ਵਾਪਰਿਆ ਹਾਲ ਹੈ, ਉਹਨੂੰ ਭਾਈ ਗੁਰਦਾਸ ਜੀ ਇਸ ਪੌੜੀ ਦੇ ਵਿੱਚ ਬਿਆਨ ਕਰਦੇ ਨੇ। ਠੰਡੇ ਖੂਹੋਂ ਨਹਾਇ ਕੈ, ਪੱਗ ਵਿਸਾਰ ਆਇਆ ਸਿਰ ਨੰਗੈ, ਘਰ ਵਿੱਚ ਰੰਨਾ ਕਮਲੀਆਂ, ਧੁੱਸੀ ਲੀਤੀ ਦੇਖ ਕੁਢੰਗੈ, ਰੰਨਾ ਦੇਖ ਪਿਟੰਦੀਆਂ, ਢਾਹਾਂ ਮਾਰੈ ਹੋਏ ਨਿਸੰਗੈ, ਲੋਕ ਸਿਆਪੇ ਆਏ ਆ, ਰੰਨਾ ਪੁਰਸ ਜੁੜੇ ਲੈ ਪੰਗੈ, ਨਾਇਣ ਪੁੱਛਦੀ ਪਿਟਦੀਆਂ, ਕਿਸ ਦੇ ਨਾਏ ਅਲਾਣੀ ਅੰਗੈ, ਸਹੁਰੇ ਪੁੱਛੋ ਜਾਏ ਕੈ, ਕੌਣ ਮੂਆ ਨੂੰ ਉੱਤਰ ਮੰਗੈ, ਕਾਵਾਂ ਰੌਲਾ ਮੂਰਖ ਸੰਗੈ, ਕਾਵਾਂ ਰੌਲਾ ਮੂਰਖ ਸੰਗੈ। ਵਾਰ 32ਵੀਂ ਪੌੜੀ 19ਵੀਂ। ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਮੂਰਖਾਂ ਦੀ ਹਾਲਤ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਕਿ ਹੇ ਭਾਈ, ਰਿਸ਼ਤੇਦਾਰੀ ਵਿੱਚ ਜਾਂਦਿਆਂ ਰਸਤੇ ਵਿੱਚ ਖੂਹ ਵੇਖ ਕੇ ਮੁਸਾਫਰ ਨੇ ਇਸ਼ਨਾਨ ਕਰ ਲਿਆ। ਉਹਨੇ ਦਸਤਾਰ ਉਤਾਰ ਕੇ ਖੁੱਲ੍ਹੇ ਵਾਲਾਂ ਨਾਲ ਰਿਸ਼ਤੇਦਾਰਾਂ ਦੇ ਘਰ ਪਹੁੰਚ ਗਿਆ, ਕਿਉਂਕਿ ਵਾਲ ਗਿੱਲੇ ਸੀ, ਉਹਨਾਂ ਨੂੰ ਸੁਕਾਉਣਾ ਸੀ। ਦਸਤਾਰ ਆਪਣੀ ਮੋਢੇ 'ਤੇ ਰੱਖ ਲਈ ਅਤੇ ਵਾਲ ਖੋਲ੍ਹ ਕੇ
ਉਹ ਰਿਸ਼ਤੇਦਾਰਾਂ ਦੇ ਘਰ ਵੱਲ ਚੱਲ ਪਿਆ। ਮਹਿਮਾਨ ਨੂੰ ਨੰਗੇ ਸਿਰ ਆਇਆ ਵੇਖ ਕੇ ਮੂਰਖ ਜਨਾਨੀਆਂ ਨੇ ਇੱਕ ਦੂਜੀ ਨੂੰ ਇਸ਼ਾਰੇ ਕੀਤੇ ਤੇ ਮੱਥੇ ਤੇ ਹੱਥ ਮਾਰ ਕੇ ਪਿੱਟਣ ਲੱਗ ਪਈਆਂ, ਕਿਉਂਕਿ ਬਾਬਾ ਨੰਗੇ ਸਿਰ ਆਇਆ ਹੈ। ਸ਼ਾਇਦ ਕੋਈ ਇਹਨਾਂ ਦੇ ਮਰ ਗਿਆ ਹੋਵੇਗਾ, ਕਿਉਂਕਿ ਨੰਗਾ ਸਿਰ ਤਾਂ ਕਿਸੇ ਦੇ ਮਰੇ ਤੋਂ ਹੀ ਕਰੀਦਾ, ਉੱਦਾਂ ਤਾਂ ਕੋਈ ਕਿਸੇ ਦੇ ਘਰ ਨੰਗੇ ਸਿਰ ਨਹੀਂ ਜਾਂਦਾ। ਸਾਰੀਆਂ ਔਰਤਾਂ ਇੱਕ ਦੂਜੇ ਨੂੰ ਵੇਖ ਕੇ ਪਿੱਟਣ ਲੱਗ ਪਈਆਂ, ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਈਆਂ। ਉਹਨਾਂ ਦੀਆਂ ਉੱਚੀਆਂ ਚੀਕਾਂ ਸੁਣ ਕੇ ਗੁਆਂਢੀ ਪੁਰਸ਼ ਤੇ ਗੁਆਂਢੀ ਔਰਤਾਂ ਆ ਕੇ ਜੁੜ ਬੈਠੇ ਤੇ ਲੱਗੇ ਅਫਸੋਸ ਕਰਨ ਵੀ ਬਹੁਤ ਮਾੜਾ ਹੋਇਆ ਭਾਈ, ਬਹੁਤ ਮਾੜਾ ਹੋਇਆ। ਇਤਨੇ ਸਮੇਂ ਵਿੱਚ ਕਿਸੇ ਨੇ ਨੈਣ ਨੂੰ ਸੁਨੇਹਾ ਦੇ ਦਿੱਤਾ। ਸ਼ਾਇਦ ਤੁਹਾਨੂੰ ਪਤਾ ਹੋਵੇ, ਪਿਛਲੇ ਸਮੇਂ 'ਚ ਨੈਣ ਆ ਕੇ ਮੋਹਰੀ ਬਣ ਕੇ ਪਿੱਟ ਸਿਆਪੇ ਦੇ ਅੱਗੇ ਉਹ ਅਲਾਉਣੀਆਂ ਪਾਉਂਦੀ ਸੀ, ਭਾਵ ਕਿ ਕੀਰਨੇ ਪਾਉਂਦੀ ਸੀ, ਤੇ ਬਾਕੀ ਔਰਤਾਂ ਉਹਦੇ ਪਿੱਛੇ ਪਿੱਛੇ ਕੀਰਨੇ ਪਾਉਂਦੀਆਂ ਸੀ। ਉਹ ਮੋਹਰੀ ਹੋ ਕੇ ਵਧੀਆ ਢੰਗ ਨਾਲ ਰੋਂਦੀ ਸੀ ਤੇ ਬਾਕੀ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਸੀ ਤੇ ਜਾਂਦੇ ਹੋਏ ਕੁਝ ਨਾ ਕੁਝ ਮਾਣ ਸਨਮਾਨ, ਪੈਸਾ ਟਕਾ, ਦਾਣਾ ਪੱਕਾ ਇਨਾਮ ਲੈ ਜਾਂਦੀ ਸੀ। ਨੈਣ ਨੂੰ ਵੀ ਕਿਸੇ ਨੇ ਸੁਨੇਹਾ ਭੇਜ ਦਿੱਤਾ ਤੇ ਨੈਣ ਆ ਕੇ ਪੁੱਛਣ ਲੱਗੀ, ਕਹਿੰਦੀ ਐਂ ਤਾਂ ਦੱਸ ਦਿਓ ਮਰਿਆ ਕੌਣ ਹੈ, ਕਿਹਦੇ ਨਾਮ ਦਾ ਮੈਂ ਵੈਣ ਪਾਵਾਂ। ਘਰ ਦੀ ਨੂੰਹ ਨੇ ਨੈਣ ਨੂੰ ਕਿਹਾ ਕਿ ਮੇਰੇ ਸਹੁਰੇ ਨੂੰ ਪੁੱਛੋ ਕੌਣ ਮਰਿਆ ਹੈ, ਕਿਉਂਕਿ ਜਿਹੜਾ ਬਾਬਾ ਬਾਹਰੋਂ ਕਿਤੋਂ ਆਇਆ ਹੈ ਉਹ ਸਹੁਰੇ ਦੇ ਕੋਲੇ ਬੈਠਾ ਹੈ, ਉਸੇ ਨਾਲ ਗੱਲਾਂ ਬਾਤਾਂ ਕਰ ਰਿਹਾ। ਜਦੋਂ ਸਹੁਰੇ ਨੂੰ ਪੁੱਛਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਕਿ ਮਰਿਆ ਤਾਂ ਕੋਈ ਵੀ ਨਹੀਂ ਹੈ। ਇਹ ਭਾਈ ਤਾਂ ਸਾਡੇ ਖੂਹ 'ਤੇ ਇਸ਼ਨਾਨ ਕਰਕੇ ਵਾਲ ਸੁਕਾਉਣ ਲਈ ਘਰ ਨੰਗੇ ਸਿਰ ਆ ਗਿਆ, ਹੋਰ ਤਾਂ ਕੋਈ ਗੱਲ ਹੀ ਨਹੀਂ ਹੈ। ਤੇ ਸਾਰੀਆਂ ਔਰਤਾਂ ਹੱਕੀਆਂ ਬੱਕੀਆਂ ਰਹਿ ਗਈਆਂ ਵੀ ਇਹ ਅਸੀਂ ਕੀ ਪਿੱਟ ਸਿਆਪਾ ਪਾਈ ਗਈਆਂ, ਮਰਿਆ ਤਾਂ ਕੋਈ ਵੀ ਨਹੀਂ ਹੈ। ਬਸ ਮੂਰਖਾਂ ਦੀ ਸਦਾ ਅਜਿਹੀ ਕਾਵਾਂ ਰੌਲੀ ਹੁੰਦੀ ਹੈ, ਜਿਵੇਂ ਇੱਕ ਕਾਂ ਨੂੰ ਕਾਂ ਕਾਂ ਕਰਦਾ ਵੇਖ ਕੇ ਸੁਣ ਕੇ ਦੂਜੇ ਕਾਂ ਵੀ ਉਸੇ ਤਰ੍ਹਾਂ ਕਾਂ 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 ਦਾ ਸ਼ੋਰ ਪਾਉਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਮੂਰਖ ਲੋਕਾਂ ਦਾ ਹਾਲ ਹੈ, ਉਹਨਾਂ ਨੂੰ ਕੁਛ ਵੀ ਪਤਾ ਨਹੀਂ ਹੁੰਦਾ ਕਿ ਝਗੜਾ ਕੀ ਹੈ, ਤੇ ਉਹ ਵੀ ਆ ਕੇ ਝਗੜੇ ਦੇ ਵਿੱਚ, ਲੜਾਈ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਤੇ ਜਦੋਂ ਤੁਸੀਂ ਦੇਖਿਆ ਹੋਣਾ ਕਿਤੇ ਵੀ ਕੋਈ ਮਾੜੀ ਮੋਟੀ ਘਟਨਾ ਵਾਪਰਦੀ ਹੈ, ਐਕਸੀਡੈਂਟ ਹੁੰਦਾ ਤਾਂ ਝਟਪਟ ਲੋਕਾਂ ਦਾ ਉੱਥੇ ਇਕੱਠ ਹੋ ਜਾਂਦਾ। ਬਸ ਤਮਾਸ਼ਗਰੀ ਤਮਾਸ਼ਾ ਵੇਖ ਰਹੇ ਨੇ, ਪਤਾ ਕੁਝ ਵੀ ਨਹੀਂ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਤੇ ਬਲਿਹਾਰ ਜਾਈਏ ਭਾਈ ਗੁਰਦਾਸ ਜੀ ਦੇ ਜਿਹੜੀਆਂ ਅਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ ਨੇ, ਕੀ ਅਸੀਂ ਇਹਨਾਂ ਤੋਂ ਕੋਈ ਸਿੱਖ ਸਕਾਂਗੇ? ਕਿਤੇ ਅਸੀਂ ਖੁਦ ਤਾਂ ਇਹੋ ਜਿਹੇ ਕੰਮ ਨਹੀਂ ਕਰਦੇ ਰਵਾਂਗੇ। ਸਾਨੂੰ ਬਹੁਤ ਕੁਝ ਸਿਖਾਇਆ ਗੁਰਬਾਣੀ ਨੇ ਅਤੇ ਭਾਈ ਗੁਰਦਾਸ ਨੇ। ਕਾਸ਼ ਕਿ ਅਸੀਂ ਹਿੰਮਤ ਕਰਕੇ ਸਿਆਣਪ ਵਰਤ ਕੇ ਪੜ੍ਹਨ ਦਾ ਸੁਭਾਅ ਪਾ ਲਈਏ ਤੇ ਅਜਿਹੇ ਨੁਕਤੇ ਆਪਣੇ ਅੰਦਰ ਵਸਾ ਲਈਏ ਕਿ ਉਹਨੇ ਤਾਂ ਗਲਤੀ ਕਰ ਲਈ ਪਰ ਮੈਂ ਗਲਤੀ ਨਹੀਂ ਕਰਨੀ, ਉਹਨਾਂ ਦੇ ਘਰ ਵਾਲਿਆਂ ਨੇ ਤਾਂ ਪਿੱਟ ਸਿਆਪਾ ਪਾ ਲਿਆ ਪਰ ਅਸੀਂ ਸੋਚੇ ਸਮਝੇ ਤੋਂ ਬਿਨਾਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ। ਪਹਿਲਾਂ ਪਰਖ ਪੜਚੋਲ ਕਰਨੀ ਹੈ ਕਿ ਠੀਕ ਕੀ ਹੈ ਤੇ ਗਲਤ ਕੀ ਹੈ। ਤੇ ਆਓ ਰਲ ਕੇ ਹੱਸੀਏ, ਆਖੋ ਸਤਨਾਮ।